दोबारा पढ़ लेने। आओ कहावतां दे विच चलीए। और यो समा जिस वेले सुलेमान प्रभु दे अगे रोया कि प्रभु मैं तो हाले बालक हाँ, ये मैं राज किदां संभालूं, इन्हां लोकां नूं मैं किदां संभालूं, मेरे बाप तो ये सारे डरदे भी सीगे, मेरे बारे तो इन्हां नूं पता भी कुछ नहीं। और हुणे ही बहुत सारे लोग जिहड़े मेरे भरा दे पिछे लग गए सीगे, वो हो सकदा मेरे वैरी बन के खड़े हो जाण। हाले प्रभु ने उसनूं कहा कि नहीं, मैं तेनूं चुनिया, मैं तेनूं अपना बनाया, मैं तेनूं पुत्र दे वांग तेरे नाल रहूंगा, तू मेरा पुत्र होएगा, मैं तेरा बाप होऊंगा। जो उसने दाऊद नूं उहदे जन्म ते किया सी, और तेनूं मैं राजा बनाया। मंग की मंगदा? उसने कहा जे तू मैनूं देना ते मैनूं बुद्धि दे। प्रभु ने कहा ठीक, मैं तेनूं बुद्धि दूंगा। सो गिबेओन दी बेदी दे उत्ते उसने बलि चढ़ाई है, और प्रभु दी हजूरी दे विच हो लीन, और एक बाप दी तरह उसनूं हुण वो बुद्ध दे रहा कि तैनूं की करना चाहिए, की नहीं करना चाहिए। आओ चौथे चैप्टर नूं पढ़दे हां, और उस दे विचों देखदे हां प्रभु सानूं किस तरह लीड करदा। चौथे चैप्टर दियां ਅਸੀਂ ਇਸ ਨੂੰ 3 ਹਿੱਸਿਆਂ ਦੇ ਵਿੱਚ ਪੜਾਂਗੇ। 1 ਆਇਤ ਤੋਂ ਲੈ ਕੇ 9 ਆਇਤ ਤੱਕ, 10 ਤੋਂ ਲੈ ਕੇ 17 ਤੱਕ, 18 ਤੋਂ ਲੈ ਕੇ 27 ਤੱਕ। ਸੋ ਜਿਸ ਨੂੰ ਮਿਲ ਜਾਏ ਉਹ ਇਸ ਦੀਆਂ ਪਹਿਲੀਆਂ 9 ਆਇਤਾਂ ਪੜ੍ਹਦੇ। ਹਾਂਜੀ, ਸਫਾ ਹੈਗਾ 973। ਸਾਰਿਆਂ ਨੂੰ ਜੈ ਮਸੀਹ ਦੀ। ਪਹਿਲਾਂ ਤਾਂ ਜੈ ਮਸੀਹ ਦੀ ਬੋਲੋ ਜੀ। ਪੁਰਾਣੇ ਨੇਮ ਦਾ 973 ਸਫਾ। ਬੁੱਧੀ ਦੇ ਲਾਭ। ਪੁੱਤਰੋ, ਤੁਸੀਂ ਆਪਣੇ ਪਿਤਾ ਦੀਆਂ ਸਿੱਖਿਆਵਾਂ ਨੂੰ ਧਿਆਨ ਨਾਲ ਸੁਣੋ ਅਤੇ ਇਸ ਤਰ੍ਹਾਂ ਕਰਨ ਨਾਲ ਤੁਸੀਂ ਗਿਆਨ ਪ੍ਰਾਪਤ ਕਰੋਗੇ। ਮੈਂ ਤੁਹਾਨੂੰ ਚੰਗੀਆਂ ਸਿੱਖਿਆਵਾਂ ਦੇ ਰਿਹਾ ਹਾਂ, ਇਸ ਲਈ ਤੁਸੀਂ ਇਹਨਾਂ ਨੂੰ ਭੁੱਲਣਾ ਨਾ। ਜਦੋਂ ਮੈਂ ਆਪ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਹੋਣ ਤੇ ਉਹਨਾਂ ਨਾਲ ਰਹਿੰਦਾ ਸਾਂ, ਤਾਂ ਮੇਰਾ ਪਿਤਾ ਮੈਨੂੰ ਇਸ ਤਰ੍ਹਾਂ ਕਹਿੰਦਾ ਸੀ, ਮੇਰੇ ਵਚਨਾਂ ਤੇ ਹੁਕਮਾਂ ਨੂੰ ਆਪਣੇ ਦਿਲ ਨਾਲ ਲਾਈ ਰੱਖ, ਤਾਂ ਤੂੰ ਜਿਉਂਦਾ ਰਹੇਂਗਾ। ਤੂੰ ਮੇਰੇ ਮੂੰਹ ਦੇ ਵਚਨਾਂ ਨੂੰ ਭੁੱਲਣਾ ਨਾ, ਸਗੋਂ ਬੁੱਧੀ ਤੇ ਸੂਝ ਪ੍ਰਾਪਤ ਕਰਨਾ। ਤੂੰ ਬੁੱਧੀ ਦਾ ਸਾਥ ਨਾ ਛੱਡਣਾ, ਕਿਉਂਕਿ ਉਹ ਤੇਰੀ ਰੱਖਿਆ ਕਰੇਗੀ, ਤੈਨੂੰ ਪਿਆਰ ਕਰੇਗੀ ਅਤੇ ਤੇਰੀ ਦੇਖਭਾਲ ਕਰੇਗੀ। ਬੁੱਧੀ ਪ੍ਰਾਪਤ ਕਰਨਾ ਸਭ ਚੀਜ਼ਾਂ ਦੀ ਪ੍ਰਾਪਤੀ ਤੋਂ ਸ੍ਰੇਸ਼ਟ ਹੈ, ਅਤੇ ਜੇਕਰ ਤੂੰ ਹੋਰ ਕੁਝ ਪ੍ਰਾਪਤ ਕਰ ਸਕਦਾ ਹੈ ਤਾਂ ਸੂਝ ਪ੍ਰਾਪਤ ਕਰ। ਤੂੰ ਬੁੱਧੀ ਨੂੰ ਪਿਆਰ ਕਰ ਤਾਂ ਉਹ ਤੈਨੂੰ ਮਹਾਨ ਬਣਾਏਗੀ, ਅਤੇ ਤੂੰ ਉਸ ਨੂੰ ਗਲੇ ਲਾ ਤਾਂ ਉਹ ਮਾਣ ਵਧਾਏਗੀ। ਉਹ ਤੇਰੇ ਸਿਰ ਉੱਤੇ ਇੱਜ਼ਤ ਦੀ ਪਗੜੀ ਅਤੇ ਸੁੰਦਰ ਮੁਕਟ ਰੱਖੇਗੀ। ਪੜ੍ਹੇ ਸੁਣੇ ਜਾਣ ਤੇ ਸਾਰਿਆਂ ਨੂੰ ਸ਼ੀਸ਼ ਬਰਕਤ ਮਿਲੇ। ਇੱਥੇ 2 ਚੀਜ਼ਾਂ ਦਾ ਧਿਆਨ ਦੇਖੋ। ਇਹ ਉਹ ਬੁੱਧ ਆ ਜਿਸ ਲਈ ਅਸੀਂ ਜਿਹੜੀ ਇਹਦੇ ਵਿੱਚ ਤੀਸਰੀ ਚੌਥੀ ਆਇਤ ਹਨ, ਉਹ ਮੇਨ ਆਇਤ ਆ। ਇੱਥੋਂ ਸਾਨੂੰ ਇਹ ਪਤਾ ਲੱਗਦਾ ਕਿ ਸੋਲੋਮਨ ਨੂੰ ਉਸਦੀ ਮਾਂ ਨੇ ਪਰਮੇਸ਼ਵਰ ਦੇ ਵਿੱਚ ਔਰ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਪਾਇਆ। ਸੋਲੋਮਨ ਨੂੰ ਉਸਨੂੰ ਪਤਾ ਸੀਗਾ ਕਿ ਇਹ ਪ੍ਰਭੂ ਦੇ ਵੱਲੋਂ ਮਿਲਿਆ ਮੈਨੂੰ ਇੱਕ ਤੋਹਫਾ ਹੈ, ਔਰ ਸਾਡਾ ਤੋਹਫਾ ਵਾਪਸ ਇਹ ਹੁੰਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਕਿੱਦਾਂ ਸਿਖਾਉਂਦੇ ਹਾਂ ਔਰ ਕਿੱਦਾਂ ਤਿਆਰ ਕਰਦੇ। ਇਹ ਬਹੁਤ ਜ਼ਰੂਰੀ ਹੈ। ਤਨ ਮਾਲ ਮਨੀ ਇਹ ਆਉਂਦੀ ਰਹਿੰਦੀ ਹੈ, ਜਾਂਦੀ ਰਹਿੰਦੀ ਹੈ, ਲੇਕਿਨ ਜੇ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਦੀ ਉਹ ਸਿੱਖਿਆ ਦੇ ਦਿਨਾਂ ਦੇ ਵਿੱਚ ਜਿਸ ਲਈ ਉਹ ਪ੍ਰਭੂ ਦੇ ਵਿੱਚ ਅਸੀਂ ਉਹਨਾਂ ਨੂੰ ਵਧਾ ਸਕਦੇ ਹਾਂ, ਉਹਨਾਂ ਨੂੰ ਪੋਰ ਕਰਦੇ ਹਾਂ ਉਹਨਾਂ ਦੇ ਅੰਦਰ, ਔਰ ਜਿਸ ਵੇਲੇ ਆਪਣੇ ਉਸ ਟੀਨੇਜ ਦੇ ਈਅਰਸ ਦੇ ਵਿੱਚ ਦੀ ਲੰਘ ਜਾਂਦੇ ਆ ਤੇ ਉਹ ਸਾਰੀ ਜੋ ਕੁਝ ਤੁਸੀਂ ਉਹਨਾਂ ਦੇ ਅੰਦਰ ਖਜ਼ਾਨੇ ਭਰਿਓ ਉਹਨਾਂ ਦੀ ਮਦਦ ਕਰ ਦੇਗਾ।
ਉਹ ਚੀਜ਼ਾਂ ਉਹਨਾਂ ਨੂੰ ਨਾ ਕਹਿਣੀਆਂ ਸਿਖਾਉਂਦੀਆਂ। ਸੋ ਇੱਥੋਂ ਸਾਨੂੰ ਇਹ ਪਤਾ ਲੱਗਦਾ ਕਿ ਪ੍ਰਭੂ ਨੇ ਇਹ ਕੰਮ ਬੜੀ ਦੇਰ ਤੋਂ ਸ਼ੁਰੂ ਕੀਤਾ ਹੈ ਸੋਲੋਮਨ ਦੇ ਨਾਲ। ਸੋਲੋਮਨ ਨੂੰ ਸਾਰੀ ਬੁੱਧੀ ਇੱਕ ਦਿਨ ਨਹੀਂ ਮਿਲੀ। ਹੁਣ ਸੋਲੋਮਨ ਨੂੰ ਚੇਤੇ ਵੀ ਆ ਰਿਹਾ ਕਿ ਉਸਦੀ ਮਾਂ, ਉਸਦਾ ਬਾਪ ਉਸਨੂੰ ਕਿੱਦਾਂ ਤਿਆਰ ਕਰਦਾ ਪਿਆ ਸੀ। ਇਹਨੂੰ ਸਭ ਤੋਂ ਜ਼ਿਆਦਾ ਪ੍ਰਭੂ ਦੀ ਬੁੱਧ ਦੀ ਜ਼ਰੂਰਤ ਹੈ, ਸੂਝ ਦੀ ਜ਼ਰੂਰਤ ਹੈ। ਔਰ ਅਗਰ ਤੈਨੂੰ ਇਹ ਚੀਜ਼ਾਂ ਮਿਲਣਗੀਆਂ, ਪ੍ਰਭੂ ਤੋਂ ਮਿਲਣਗੀਆਂ, ਤੇ ਤੂੰ ਧਨ ਹੋਏਗਾ, ਇਹ ਤੈਨੂੰ ਮਹਾਨ ਬਣਾਏਗੀ। ਅੱਛਾ, ਉਸ ਤੋਂ ਬਾਅਦ ਪ੍ਰਭੂ ਕਹਿ ਰਿਹਾ ਇਹ ਤੇਰਾ ਮਾਣ ਵਧਾਏਗੀ। ਤੀਸਰੀ ਚੀਜ਼ ਕਹਿ ਰਿਹਾ ਤੇਰੇ ਸਿਰ ਦੇ ਉੱਤੇ ਇੱਜ਼ਤ ਦੀ ਪਗੜੀ ਰੱਖੇਗੀ। ਅਗਰ ਇੱਕ ਬੱਚੇ ਦਾ ਸਮਾਂ ਲੰਘ ਚੁੱਕਾ ਹੈ, ਡੋਂਟ ਵਰੀ ਅਬਾਊਟ ਇਟ। ਪ੍ਰਭੂ ਦਾ ਕਿਹਾ ਤੂੰ ਤੇ ਤੇਰਾ ਘਰਾਨਾ। ਅਗਰ ਦੂਸਰੇ ਦਾ ਸਮਾਂ ਲੰਘ ਚੁੱਕਾ ਹੈ, ਤੁਸੀਂ ਨਹੀਂ ਪੂਰ ਕਰ ਸਕੇ, ਡੋਂਟ ਵਰੀ। ਪ੍ਰਭੂ ਨੇ ਕਿਹਾ ਤੂੰ ਤੇ ਤੇਰਾ ਘਰਾਨਾ। ਅਗਰ ਤੀਸਰਾ ਔਰ ਚੌਥਾ ਬੱਚਾ ਹਾਲੇ ਤੱਕ ਛੋਟਾ ਹੈ, start with them. Start with them. ਹੁਣ ਤੋਂ ਸ਼ੁਰੂ ਕਰੋ ਉਹਦੇ ਨਾਲ, ਕਿਉਂਕਿ ਉਹਨੂੰ ਤਾਂ ਬਰਕਤ ਮਿਲੇਗੀ, ਉਹਦੇ ਨਾਲ ਦੂਜਿਆਂ ਨੂੰ ਵੀ ਬਰਕਤ ਮਿਲੇਗੀ। ਤੀਸਰਾ, ਚੌਥਾ, ਜੋ ਇੰਨਾ ਪ੍ਰਭੂ ਨੇ ਤੁਹਾਨੂੰ ਬਰਕਤ ਦਿੱਤੀ ਹੈ, for your life, for ਪ੍ਰਭੂ ਦਾ ਸ਼ਬਦ ਉਹਨਾਂ ਦੇ ਅੰਦਰ ਪਾਓ, ਕੁੱਟ ਕੇ ਭਰੋ ਉਹਨਾਂ ਦੇ ਅੰਦਰ। ਔਰ ਤੁਸੀਂ ਥੋੜੇ ਸਮੇਂ ਬਾਅਦ ਤੁਸੀਂ ਦੇਖਣਾ ਸ਼ੁਰੂ ਕਰ ਦੋਗੇ, ਤੁਹਾਨੂੰ ਇਦਾਂ ਦੇ ਸਵਾਲ ਪੁੱਛਣਗੇ ਬੱਚੇ ਤੇ ਤੁਹਾਡੇ ਕੋਲ ਜਵਾਬ ਨਹੀਂ ਹੋਣਗੇ। ਤੁਹਾਡੇ ਨਾਲ ਕਿਤੇ ਜਾਣਗੇ ਤੇ ਤੁਹਾਨੂੰ ਗਲਤੀ ਕਰਦਾ ਦੇਖਣਗੇ, ਉਹ ਕਹਿਣਗੇ ਨਹੀਂ, ਪ੍ਰਭੂ ਦੇ ਵਚਨ 'ਚ ਲਿਖਿਆ ਇਹ ਕੰਮ ਨਹੀਂ ਆਪਾਂ ਕਰਨਾ। ਵਾਈਸ ਵਰਸਾ ਟ੍ਰੇਨਿੰਗ ਹੋਏਗੀ। ਪ੍ਰਭੂ ਦੇ ਵਿੱਚ ਬਣੇ ਰਹਿਣਗੇ ਉਹ, ਔਰ ਇਸ ਦੀ ਤੁਹਾਨੂੰ ਬੜੀ ਬਰਕਤ ਮਿਲੇਗੀ। ਇਹ ਹੁਣ ਉਸਨੂੰ ਮਾਂ-ਬਾਪ ਜੋ ਸ਼ੁਰੂ ਤੋਂ ਪ੍ਰਭੂ ਨੇ ਜਿਹੜਾ ਕੰਮ ਉਹਦੀ ਜ਼ਿੰਦਗੀ 'ਚ ਸ਼ੁਰੂ ਕੀਤਾ ਹੈ, ਇਹ ਨਹੀਂ ਹੋਇਆ ਕਿ ਜੀ ਉਹਨੇ ਕਿਹਾ ਕਿ ਮੈਨੂੰ ਤੂੰ ਬੁੱਧ ਦੇ, ਤੇ ਪ੍ਰਭੂ ਕਹਿੰਦਾ ਅੱਛਾ ਤੈਨੂੰ ਮੈਂ ਅੱਜ ਤੋਂ ਬੁੱਧ ਦੇਣੀ ਸ਼ੁਰੂ ਕਰਦਾ। ਪ੍ਰਭੂ ਨੂੰ ਇਹ ਦੁਆ ਉਹਦੇ ਜਨਮ ਤੋਂ ਚੇਤੇ ਸੀ ਕਿ ਇਹਨੇ ਇਹ ਚੀਜ਼ ਮੰਗਣੀ ਆ। ਉਹਨੇ ਜਨਮ ਤੋਂ ਉਹਦੇ ਨਾਲ ਇਹ ਕੰਮ ਸ਼ੁਰੂ ਕੀਤਾ ਸੀ। ਹੁਣ ਸਿਰਫ ਉਹਦੀ ਜ਼ਿੰਦਗੀ 'ਚ ਥੋੜਾ ਜਿਹਾ ਡਰ ਆ। ਇੱਕ ਬਾਲਕ ਰਾਜਾ ਦਾਊਦ ਦੀ ਗੱਦੀ ਤੇ ਬੈਠਣ ਜਾ ਰਿਹਾ, ਸੋ ਉਹ ਉਹਨਾਂ ਚੀਜ਼ਾਂ ਨੂੰ ਹੁਣ ਦੇਖਦਾ ਪਿਆ। ਉਹਨੂੰ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਕਿ ਕੀ ਇਹ ਲੋਕ ਮੈਨੂੰ ਕਬੂਲ ਕਰਨਗੇ, ਕੀ ਮੈਂ ਇਹਨਾਂ ਨੂੰ ਸੰਭਾਲ ਸਕੂੰਗਾ। ਹੁਣ ਪ੍ਰਭੂ ਜਿਹੜਾ ਇਹਨਾਂ ਚੀਜ਼ਾਂ ਨੂੰ ਉਹਦੇ ਅੰਦਰੋਂ, ਇਹਨਾਂ ਡਰਾਂ ਨੂੰ ਉਹਦੇ ਅੰਦਰੋਂ ਕੱਢਦਾ ਪਿਆ, ਔਰ ਨਾਲ ਉਸਨੂੰ ਬੁੱਧ ਦੇ ਰਿਹਾ। ਸੋ ਇਸ ਵੇਲੇ ਉਸਨੂੰ ਆਪਣੇ ਮਾਂ-ਬਾਪ ਦੇ ਰਾਹੀਂ ਬਚਪਨ ਤੋਂ ਜੋ ਸਿੱਖਿਆ ਮਿਲੀ ਹੈ ਉਹ ਚੇਤੇ ਆ ਰਹੀ ਹੈ। 10 ਤੋਂ ਲੈ ਕੇ 17 ਮੈਂ ਪੜ੍ਹਦੇ ਮਾਸਟਰ ਜੀ। ਮੇਰੇ ਪੁੱਤਰ, ਤੂੰ ਬੋਲੇ ਵਚਨਾਂ ਨੂੰ ਸੁਣ ਅਤੇ ਇਹਨਾਂ ਨੂੰ ਸਵੀਕਾਰ ਕਰ, ਤਾਂ ਤੂੰ ਲੰਮੀ ਉਮਰ ਭੋਗੇਗਾ। ਮੈਂ ਤੈਨੂੰ ਬੁੱਧੀ ਬਾਰੇ ਸਿੱਖਿਆ ਦਿੱਤੀ ਹੈ ਤੇ ਭਲੇ ਰਾਹਾਂ ਉੱਤੇ ਚੱਲਣਾ ਵੀ ਸਿਖਾਇਆ ਹੈ। ਜੇਕਰ ਤੂੰ ਚੱਲਦੇ ਵੇਲੇ ਬੁੱਧੀ ਦੀ ਵਰਤੋਂ ਕਰੇਗਾ ਤਾਂ ਤੇਰੇ ਰਾਹ ਵਿੱਚ ਕੋਈ ਰੁਕਾਵਟ ਆਵੇਗੀ ਅਤੇ ਨਾ ਹੀ ਤੂੰ ਕਿਸੇ ਚੀਜ਼ ਨਾਲ ਠੋਕਰ ਖਾਵੇਂਗਾ। ਸੋ ਜੋ ਕੁਝ ਤੂੰ ਸਿੱਖਿਆ ਉਸ ਦੀ ਪੂਰੀ ਤਰ੍ਹਾਂ ਰੱਖਿਆ ਕਰ, ਅਰਥਾਤ ਬੁੱਧੀ ਦੀ, ਕਿਉਂਕਿ ਇਹ ਹੀ ਤੇਰਾ ਜੀਵਨ ਹੈ। ਤੂੰ ਬੁਰੇ ਆਦਮੀਆਂ ਵਾਲੀ ਥਾਂ ਉੱਤੇ ਨਾ ਜਾ ਤੇ ਨਾ ਹੀ ਉਹਨਾਂ ਦੇ ਰਾਹਾਂ ਉੱਤੇ ਚੱਲ। ਤੂੰ ਇਹ ਨਾ ਕਰ, ਸਗੋਂ ਇਸ ਪਾਸਿਓਂ ਮੂੰਹ ਮੋੜ ਕੇ ਅਤੇ ਅੱਗੇ ਨਿਕਲ ਜਾ।
ਦੁਸ਼ਟ ਉਸ ਸਮੇਂ ਤੱਕ ਸੌ ਨਹੀਂ ਸਕਦੇ ਜਦੋਂ ਤੱਕ ਉਹ ਕਿਸੇ ਦਾ ਬੁਰਾ ਨਾ ਕਰ ਲੈਣ। ਉਹ ਉਸ ਸਮੇਂ ਤੱਕ ਜਾਗਦੇ ਹਨ ਜਦੋਂ ਤੱਕ ਉਹ ਕਿਸੇ ਨੂੰ ਠੋਕਰ ਨਾ ਲੈ ਲੈਣ। ਬੁਰਾਈ ਤੇ ਹਿੰਸਾ ਉਹਨਾਂ ਲਈ ਭੋਜਨ ਤੇ ਸ਼ਰਾਬ ਦੇ ਬਰਾਬਰ ਹੈ। ਸ਼ਰਾਬ ਦੇ ਬਰਾਬਰ ਹੈ। ਸੋ ਇਹ ਚੀਜ਼ਾਂ ਉਹਨਾਂ ਨੂੰ ਨਸ਼ਾ ਦਿੰਦੀਆਂ, ਔਰ ਨਸ਼ਾ ਵੀ ਇੱਕ ਆਨੰਦ ਆ। ਜੇ ਨਾ ਹੋਵੇ ਕਿਉਂ ਪੀਣ? ਪਰ ਉਹ ਕਹਿੰਦਾ ਤੂੰ ਮੇਰੇ ਆਨੰਦ ਦੇ ਵਿੱਚ ਬਣਿਆ ਰਹਿ। ਸੋ ਜਿਸ ਤਰ੍ਹਾਂ ਅਸੀਂ ਪਰਸੋਂ ਦੇਖਦੇ ਪਏ ਸੀ ਕਿ ਬੁੱਧੀ ਸਾਨੂੰ ਇਹ ਨਹੀਂ ਕਹਿੰਦੀ ਕਿ ਮੈਂ ਸਾਰੀ ਦੁਨੀਆ ਦਾ ਖੜਾ ਹੋ ਕੇ ਤੇ ਹੁਣ ਜੱਜ ਬਣ ਜਾ। ਬੁੱਧੀ ਬੜੀ ਪਰਸਨਲ ਚੀਜ਼ ਹੁੰਦੀ ਆ। ਪਰਮੇਸ਼ਰ ਦੀ ਸੂਝ, ਪਰਮੇਸ਼ਰ ਦੀ ਦਿੱਤੀ ਹੋਈ ਸਮਝ ਬੜੀ ਪਰਸਨਲ ਚੀਜ਼ ਹੁੰਦੀ ਆ। ਇਹ ਸਾਨੂੰ ਦੁਰੰਦੇਸ਼ੀ ਸਿਖਾਉਂਦੀ ਹੈ। ਇਹ ਸਾਨੂੰ ਸਿਖਾਉਂਦੀ ਹੈ ਕਿ ਇਹ ਬੰਦਾ ਜਿਹੜਾ ਮੇਰੇ ਨਾਲ ਗੱਲ ਕਰ ਰਿਹਾ, ਉਹ ਉਸ ਨੂੰ ਤੁਹਾਡੇ ਸਾਹਮਣੇ ਐਨ ਆਤਮਿਕ ਤੌਰ ਤੇ ਨੰਗਾ ਕਰਕੇ ਦਿਖਾ ਦਿੰਦੀ ਹੈ ਕਿ ਇਹ ਆਹ ਚੀਜ਼ ਹੈ, ਔਰ ਅਸੀਂ ਬਚ ਜਾਂਦੇ ਹਾਂ। ਹੁਣ ਮੇਰਾ ਇਹ ਨਹੀਂ ਉੱਤੇ ਬਣਦਾ ਕਿ ਭਾਈ ਦੱਸਾਂ ਕਿ ਤੂੰ ਆਹ ਆ ਤੇ ਤੂੰ ਆਹ ਤੇ ਤੂੰ ਆਹ ਤੇ ਮੈਂ ਆਹ ਆ। ਨੋ, ਉਹ ਕਹਿੰਦਾ ਇੱਕ ਪਾਸੇ ਦੀ ਹੋ ਕੇ ਨਿਕਲ ਜਾ, ਇੱਕ ਪਾਸੇ ਦੀ ਹੋ ਕੇ ਨਿਕਲ ਜਾ। ਉਹ ਸਾਨੂੰ ਦਿਖਾਉਂਦੀ ਕਿ ਹੁਣ ਜਿਹੜਾ ਇੱਥੇ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਤੇਰੇ ਲਈ ਨਹੀਂ, ਇਹ ਤੇਰੇ ਲਈ ਨਹੀਂ। ਇਹ ਸਾਨੂੰ ਬੁੱਧ ਦਾ ਦਾਨ, ਸਾਨੂੰ ਪ੍ਰਭੂ ਦਾ ਇਹ ਸਿਖਾਉਂਦਾ, ਔਰ ਸਾਨੂੰ ਉਸ ਛੋਟੇ ਰਸਤੇ ਥਾਣੀ ਉਹ ਲੈ ਕੇ ਤੁਰਿਆ ਚਲਿਆ ਜਾਂਦਾ। ਔਰ ਇਸ ਦੇ ਨਾਲ ਅਸੀਂ ਹਰ ਪਾਸਿਓਂ ਬਚ ਜਾਂਦੇ, ਹਰ ਪਾਸੇ ਤੋਂ ਬਚ ਜਾਂਦੇ। ਗਾਂ ਉਸਨੇ ਹੋਰ ਇਹ ਚੀਜ਼ਾਂ ਕਹਿਣੀਆਂ 18 ਤੋਂ ਲੈ ਕੇ ਇਸ ਨੂੰ ਹੁਣ ਖਤਮ ਕਰ ਦਿੱਤਾ। ਮੈਂ ਪੜ੍ਹਦਾ ਹਾਂ ਪਾਸਟਰ। ਹਾਂਜੀ ਹਾਂਜੀ। ਪਰ ਭਲੇ ਲੋਕਾਂ ਦਾ ਰਾਹ ਦਿਨ ਦੀ ਲੋ ਦੀ ਤਰ੍ਹਾਂ ਚਮਕਦਾਰ ਹੈ, ਜੋ ਹਰ ਪਲ ਉਜੜਾ ਹੁੰਦਾ ਜਾਂਦਾ ਹੈ। ਜਿਸ ਤਰ੍ਹਾਂ ਦਿਨ ਦੇ ਵਧਣ ਨਾਲ ਉਸਦਾ ਉਜਾਲਾ ਵੀ ਵੱਧਦਾ ਜਾਂਦਾ ਹੈ, ਪਰ ਦੁਸ਼ਟਾਂ ਦਾ ਰਾਹ ਘੋਰ ਹਨੇਰੇ ਵਾਂਗ ਹੈ, ਅਤੇ ਜਦੋਂ ਤੱਕ ਉਹ ਡਿੱਗਦੇ ਹਨ ਤਾਂ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਹੈ। ਮੇਰੇ ਪੁੱਤਰ, ਜੋ ਕੁਝ ਮੈਂ ਕਹਿੰਦਾ ਹਾਂ, ਤੂੰ ਮੇਰੇ ਸ਼ਬਦਾਂ ਉੱਤੇ ਧਿਆਨ ਦੇ। ਤੂੰ ਉਹਨਾਂ ਨੂੰ ਆਪਣੇ ਤੋਂ ਦੂਰ ਨਾ ਹੋਣ ਦੇ, ਸਗੋਂ ਆਪਣੇ ਦਿਲ ਦੇ ਨਾਲ ਲਾਈ ਰੱਖ। ਜੋ ਇਹਨਾਂ ਨੂੰ ਸਮਝਦਾ ਹੈ ਇਹ ਉਸ ਨੂੰ ਜੀਵਨ ਤੇ ਸਿਹਤ ਦਿੰਦੇ ਹਨ। ਤੂੰ ਆਪਣੇ ਮਨ ਦੀਆਂ ਸੋਚਾਂ ਦੀ ਚੌਕਸੀ ਕਰ, ਕਿਉਂਕਿ ਇਹੀ ਜੀਵਨ ਦਾ ਸੋਮਾ ਹਨ। ਤੂੰ ਆਪਣੇ ਮੂੰਹੋਂ ਕੋਈ ਬੁਰਾ ਸ਼ਬਦ ਨਾ ਕੱਢ। ਤੂੰ ਝੂਠ ਫਰੇਬ ਤੋਂ ਵੀ ਦੂਰ ਰਹਿ। ਤੂੰ ਕੇਵਲ ਸਿੱਧਾ ਦੇਖ ਅਤੇ ਆਪਣੀ ਚਾਲ ਵੀ ਸਿੱਧੀ ਰੱਖ। ਤੂੰ ਹਰ ਕੰਮ ਕਰਨ ਤੋਂ ਪਹਿਲਾਂ ਉਸ ਬਾਰੇ ਸੋਚ, ਤਾਂ ਤੇਰਾ ਕੰਮ ਸਫਲ ਹੋਵੇਗਾ। ਤੂੰ ਬਿਲਕੁਲ ਸਿੱਧਾ ਚੱਲ, ਸੱਜੇ ਜਾਂ ਖੱਬੇ ਨਾ ਦੇਖ, ਅਤੇ ਆਪਣੇ ਪੈਰ ਬੁਰਾਈ ਵੱਲੋਂ ਰੋਕ ਕੇ ਰੱਖ। ਉਹੀ ਸਾਮਵਾਨ ਜ਼ਬੂਰ ਇੱਕ, ਉਸ ਦੀ ਝਲਕ ਅਸੀਂ ਇੱਥੇ ਬਾਰ-ਬਾਰ ਦੇਖਦੇ ਪਏ। ਜਿਸ ਤਰ੍ਹਾਂ ਉਸਦੇ ਬਾਪ ਨੂੰ ਸਿਖਾਇਆ, ਉਸੇ ਤਰ੍ਹਾਂ ਪ੍ਰਭੂ ਦਾ ਵਚਨ ਇਸ ਵੇਲੇ ਉਸ ਨੂੰ ਸਿਖਾ ਰਿਹਾ, ਔਰ ਉਸ ਨੂੰ ਹਰ ਇੱਕ ਚੀਜ਼ ਦੱਸ ਰਿਹਾ। ਆਪਣਾ ਚਾਲ ਚੱਲਣ, ਆਪਣਾ ਧਿਆਨ ਤੂੰ ਕਿੱਥੇ ਲਾ ਕੇ ਰੱਖਣਾ, ਕਿੱਥੇ ਤੇਰੇ ਜੀਵਨ ਦੇ ਸੋਮੇ ਆ। ਬੁੱਧੀ ਤੇਰੇ ਸ਼ਬਦਾਂ ਦੀ ਰਾਖੀ ਕਰੇ। ਇਹ ਬਹੁਤ ਇੰਪੋਰਟੈਂਟ ਹੈ, ਘਰ ਦੇ ਰਿਸ਼ਤੇ ਦੇ ਵਿੱਚ ਵੀ ਔਰ ਬਾਹਰ ਵੀ। ਇਹ ਬਹੁਤ ਇੰਪੋਰਟੈਂਟ ਹੈ, ਕਿਉਂਕਿ ਜਿੰਨਾ ਡੂੰਘਾ ਘਾਵ ਬੰਦੇ ਦੀ ਜੀਭ ਲਾਉਂਦੀ ਹੈ, ਉਹਨਾਂ ਡੂੰਘਾ ਘਾਵ ਤਲਵਾਰ ਨਹੀਂ ਲਾ ਸਕਦੀ। ਜੀਭ ਐਸਾ ਘਾਵ ਲਾਉਂਦੀ ਹੈ ਕਿ ਬੰਦਾ ਜਿੰਨੀ ਵਾਰੀ ਸੋਚਦਾ ਉਨੀ ਵਾਰੀ ਮਰਦਾ। ਤਲਵਾਰ ਦੇ ਘਾਵ ਦੀ ਬਰਕਤ ਇਹ ਹੁੰਦੀ ਹੈ ਕਿ ਬੰਦਾ ਇੱਕ ਵਾਰੀ ਮਰਦਾ। ਗੁੱਸੇ ਦੇ ਵਿੱਚ ਕਦੀ ਜਵਾਬ, ਅਗਰ ਗੁੱਸਾ ਚੜ ਗਿਆ ਕਿਸੇ ਦੀ ਗੱਲ ਤੋਂ, ਭਾਵੇਂ ਉਹ ਘਰ ਦੇ ਵਿੱਚ
ਪਤਨੀ ਆ, ਬੱਚੇ ਆ, ਸੁਣ ਲਓ। ਇਸ ਚੀਜ਼ ਦੇ ਵਿੱਚ ਕੋਈ ਗੁਨਾਹ ਨਹੀਂ ਕਿ ਤੁਸੀਂ ਉਹਨਾਂ ਨੂੰ ਕਹੋਗੇ ਅੱਛਾ ਮੈਂ ਸੋਚ ਕੇ ਇਹਦਾ ਜਵਾਬ ਦੇ। ਲੈਟ ਮੀ ਥਿੰਕ ਅਬਾਊਟ ਇਟ। ਜਿਸ ਵੇਲੇ ਹਾਂ ਤੁਹਾਡਾ ਵੀ ਪ੍ਰੈਸ਼ਰ ਕੁੱਕਰ ਪੂਰਾ ਭਰਿਆ ਪਿਆ ਔਰ ਉਸ ਵੇਲੇ ਜਿਹੜੀ ਗੱਲ ਕਹਿਤੀ ਫਿਰ ਉਹਨੇ ਪਿੱਛੇ ਨਹੀਂ ਮੁੜਨਾ। ਲੇਕਿਨ ਜਿਸ ਵੇਲੇ ਤੁਸੀਂ ਕਹਿਤਾ ਕਿ ਲੈਟ ਮੀ ਥਿੰਕ ਅਬਾਊਟ ਇਟ, ਚਾਹੇ ਤੁਸੀਂ ਉਹੀ ਚੀਜ਼ ਦਾ ਜਵਾਬ ਉਹੀ ਦੇਣਾ ਹੋਵੇ ਜੋ ਤੁਸੀਂ ਦੇਣਾ ਮੰਗਦੇ ਹੋ, ਲੇਕਿਨ ਪ੍ਰਭੂ ਤੁਹਾਨੂੰ ਇਹੋ ਜਿਹੇ ਸ਼ਬਦ ਦੇਗਾ ਕਿ ਉਹ ਸੁਣਨ ਵਾਲੇ ਦੇ ਲਈ ਉਸਨੂੰ ਉਹਦਾ ਜਵਾਬ ਵੀ ਮਿਲ ਜਾਏਗਾ, ਪਰ ਬਰਕਤ ਵੀ ਮਿਲ ਜਾਏਗੀ, ਉੱਚ ਬਰਕਤ ਹੋਈ, ਉੱਚ ਬਰਕਤ ਹੋਈ। ਔਰ ਇਹ ਬਹੁਤ ਜ਼ਰੂਰੀ ਹੈ। ਘਰਾਂ ਦੇ ਵਿੱਚ 99.99% ਜਿਹੜੀਆਂ ਮੁਸੀਬਤਾਂ ਆ ਇਹ ਜੀਵਨੀ ਪਾਈਆਂ, ਇਸ ਜੀਵਨੀ ਪਾਈਆਂ। ਸੋ ਇਸ ਕਰਕੇ ਉਹ ਕਹਿ ਰਿਹਾ ਕਿ ਤੇਰੇ ਸ਼ਬਦ, ਤੇਰੇ ਰਸਤੇ, ਇਹ ਸਭ ਚੀਜ਼ਾਂ ਦੀ ਸੰਭਾਲ ਕਰੇਗੀ। ਸ਼ਬਦ ਜਿਸਲੇ ਮੈਂ ਬੋਲਦਾ ਤਾਂ ਮੈਂ ਪਿੱਛੇ ਕੀ ਬੀਜਦਾ ਜਾਣਾ, ਔਰ ਜਿਸਲੇ ਮੈਂ ਘੁੰਮ ਕੇ ਉਸ ਰਸਤੇ ਤੇ ਦੁਬਾਰਾ ਆਉਣਾ, ਜੇ ਮੈਂ ਫੁੱਲ ਬੀਜਿਓ ਤਾਂ ਮੈਨੂੰ ਮਹਿਕ ਆਏਗੀ, ਜੇ ਮੈਂ ਕੰਡੇ ਬੀਜਿਓ ਤਾਂ ਮੇਰੇ ਪੈਰਾਂ 'ਚ ਲੱਗਣਗੇ। ਸਿੰਪਲ ਐਸ दैट। ਮੈਂ ਕੀ ਬੀਜਦਾ ਪਿਆ, ਮੇਰੇ ਸ਼ਬਦ ਬੀਜਦੇ ਆ। ਐਂਡ that's ਇਹ ਜਿਹੜੀ ਚੀਜ਼ ਆ ਇਹ ਮੇਰੀ ਹੈਲਪ ਕਰਦੀ ਆ ਕਿ ਮੈਂ ਜੋ ਹੁਣ ਬੋਲਣ ਲੱਗਾ, ਮੈਂ ਬੀਜਣ ਲੱਗਾ ਕੁਛ। ਕੀ ਇਹ ਕੰਡਿਆਲੀ ਝਾੜੀ ਆ ਜਾਂ ਇਹ ਫਲਦਾਰ ਰੁੱਖ? ਸਿੰਪਲ ਐਸ दैट। ਅਸੀਂ ਪੰਜਵਾਂ ਚੈਪਟਰ ਦੇਖਾਂਗੇ ਔਰ ਪੰਜਵੇਂ ਚੈਪਟਰ ਦੀਆਂ ਪਹਿਲਾਂ 14 ਆਇਤਾਂ, ਫਿਰ 15 ਤੋਂ ਲੈ ਕੇ 23 ਆਇਤ। ਮੈਂ ਕਰ ਦਿੰਦੀ ਪਾਸਟਰ ਜੀ। ਵਿਚਾਰ ਸੰਬੰਧੀ ਚੇਤਾਵਨੀ। ਮੇਰੇ ਪੁੱਤਰ, ਤੂੰ ਮੇਰੀਆਂ ਬੁੱਧੀ ਅਤੇ ਸਮਝ ਭਰੀਆਂ ਗੱਲਾਂ ਨੂੰ ਸੁਣ ਅਤੇ ਉਹਨਾਂ ਉੱਤੇ ਧਿਆਨ ਕਰ। ਤਦ ਤੇਰੇ ਕੋਲ ਸੂਝ ਹੋਵੇਗੀ ਅਤੇ ਤੇਰੇ ਸ਼ਬਦ ਗਿਆਨ ਪ੍ਰਗਟ ਕਰਨਗੇ। ਪਰਾਈ ਔਰਤ ਦੇ ਬੁੱਲਾਂ ਦਾ ਸਵਾਦ ਸ਼ਹਿਦ ਵਾਂਗ ਮਿੱਠੇ ਹਨ ਅਤੇ ਉਸ ਦੀਆਂ ਗੱਲਾਂ ਤੇਲ ਨਾਲੋਂ ਵੀ ਚਿਕਨੀਆਂ ਹਨ, ਪਰ ਉਸਦੇ ਪਿਆਰ ਦਾ ਅੰਤ ਜ਼ਹਿਰ ਵਾਂਗ ਕੌੜਾ ਅਤੇ ਤੇਜ਼ ਤਲਵਾਰ ਦੇ ਜ਼ਖਮ ਵਾਂਗ ਪੀੜ ਨਾਲ ਭਰਿਆ ਹੁੰਦਾ ਹੈ। ਉਹ ਤੈਨੂੰ ਮੌਤ ਦੇ ਰਾਹ ਉੱਤੇ ਲੈ ਜਾਂਦਾ ਹੈ, ਜਿਸ ਦਾ ਅੰਤ ਨਰਕ ਹੁੰਦਾ ਹੈ। ਉਹ ਜੀਵਨ ਦੇ ਰਾਹ ਦੀ ਕੋਈ ਪਰਵਾਹ ਨਹੀਂ ਕਰਦੀ ਹੈ, ਸਗੋਂ ਉਸ ਤੋਂ ਭਟਕ ਜਾਂਦੀ ਹੈ ਅਤੇ ਜਾਣਦੀ ਨਹੀਂ ਕਿ ਉਸ ਨਾਲ ਕੀ ਹੋ ਚੁੱਕਾ ਹੈ। ਮੇਰੇ ਪੁੱਤਰੋ, ਤੁਸੀਂ ਮੇਰੀ ਸੁਣੋ ਤੇ ਮੇਰੇ ਮੂੰਹ ਦੀਆਂ ਗੱਲਾਂ ਨੂੰ ਕਦੇ ਵੀ ਨਾ ਭੁੱਲਣਾ। ਤੁਸੀਂ ਪਰਾਈ ਔਰਤ ਤੋਂ ਦੂਰ ਹੀ ਰਹਿਣਾ, ਇੱਥੋਂ ਤੱਕ ਕਿ ਉਸਦੇ ਘਰ ਦੇ ਬੂਹੇ ਕੋਲ ਵੀ ਨਾ ਜਾਣਾ। ਜੇਕਰ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਦੂਜੇ ਤੁਹਾਡੇ ਆਦਰ ਉੱਤੇ ਅਧਿਕਾਰ ਕਰ ਲੈਣਗੇ ਅਤੇ ਨਿਰਦਈਆਂ ਦੇ ਹੱਥੋਂ ਤੁਸੀਂ ਆਪਣੀ ਜਵਾਨੀ ਸਮੇਂ ਹੀ ਮਾਰੇ ਜਾਵੋਗੇ। ਪਰਾਇਆ ਤੇਰੀ ਸੰਮਤੀ ਉੱਤੇ ਅਧਿਕਾਰ ਕਰ ਲਵੇਗਾ ਅਤੇ ਤੇਰੀ ਮਿਹਨਤ ਦੇ ਫਲ ਉੱਤੇ ਵੀ ਪਰਾਇਆਂ ਦਾ ਹੱਕ ਹੋਵੇਗਾ। ਤਦ ਆਪਣੇ ਅੰਤਮ ਸਮੇਂ ਤੂੰ ਆਹਾਂ ਭਰੇਂਗਾ, ਜਦੋਂ ਤੇਰੇ ਸਰੀਰ ਦਾ ਮਾਸ ਤੇ ਚਮੜੀ ਗਲ ਜਾਵੇਗੀ। ਤਾਂ ਤੂੰ ਕਹੇਂਗਾ, ਮੈਂ ਕਿਉਂ ਸਿੱਖਿਆ ਨੂੰ ਹਮੇਸ਼ਾ ਘਿਰਣਾ ਕੀਤੀ ਅਤੇ ਤਾੜਨਾ ਨੂੰ ਤੁੱਛ ਸਮਝਿਆ। ਮੈਂ ਆਪਣੇ ਗੁਰੂਆਂ ਦੇ ਸ਼ਬਦਾਂ ਅਤੇ ਸਿੱਖਿਅਕਾਂ ਦੀਆਂ ਸਿੱਖਿਆ ਦੀ ਪਰਵਾਹ ਨਹੀਂ ਕੀਤੀ ਸੀ। ਹੁਣ ਅੰਤ ਮੈਂ ਆਪਣੀ ਬਰਬਾਦੀ ਤੱਕ ਪਹੁੰਚ ਗਿਆ ਹਾਂ ਅਤੇ ਹਰ ਕੋਈ ਮੇਰਾ ਤਮਾਸ਼ਾ ਦੇਖੇਗਾ। ਸੋ ਦਾਊਦ ਆਪਣੇ ਬੇਟੇ ਨੂੰ ਸਿਖਾ ਰਿਹਾ, ਜਿੱਦਾਂ ਮੈਂ ਕਿਹਾ ਕਿ ਪ੍ਰਭੂ ਨੇ ਇਹ ਕੰਮ ਬੜੀ ਦੇਰ ਪਹਿਲਾਂ ਸ਼ੁਰੂ ਕਰ ਦਿੱਤਾ ਸੀ, ਆਪਣੇ ਉਹ ਸਾਰੇ ਪੁੱਤਰਾਂ ਨੂੰ ਸਿਖਾ ਰਿਹਾ। ਔਰ ਤੁਸੀਂ ਦੇਖਦੇ ਪਏ ਆ ਕਿ ਦਾਊਦ ਨੇ ਜਿਸ ਵੇਲੇ ਇਹ ਕਦਮ ਚੁੱਕਿਆ ਸੀ ਤਾਂ ਉਸ ਨੂੰ ਕਿੰਨੀ
ਮਾਣ ਹਾਨੀ ਸ਼ਰਮ ਦਾ ਉਸਨੂੰ ਸਾਹਮਣਾ ਕਰਨਾ ਪਿਆ। ਦੇਖੋ, ਜਿਸਲੇ ਦੁਨੀਆ ਸਾਨੂੰ ਧਿਕਾਰਦੀ ਹੈ ਨਾ, ਤੇ ਉਹਦਾ ਸਾਨੂੰ ਇੰਨਾ ਫਰਕ ਨਹੀਂ ਪੈਂਦਾ। ਉੱਥੇ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਰੇ ਕਰਦੇ। ਜਿਸਲੇ ਪ੍ਰਭੂ ਸਾਨੂੰ ਧਿਕਾਰਦਾ, ਸਾਨੂੰ ਪਤਾ ਕਿ ਪ੍ਰਭੂ ਨੇ ਸਾਨੂੰ ਇਸ ਕਰਕੇ ਫਟਕਾਰ ਦਿੱਤੀ ਹੈ ਕਿਉਂਕਿ ਅਸੀਂ ਕੋਈ ਐਸਾ ਕੰਮ ਕੀਤਾ, ਲੇਕਿਨ ਉਹ ਰਸਤਾ ਕੱਢੇਗਾ। ਪਰ ਜਿਸਲੇ ਆਪਣੀ ਆਤਮਾ ਫਟਕਾਰਦੀ, ਜਿਸਲੇ ਆਪਣੀ ਆਤਮਾ ਫਟਕਾਰਦੀ, ਉਹ ਬਹੁਤ ਬੁਰਾ ਹਾਲ ਹੁੰਦਾ। ਜਿਸਲੇ ਇਨਸਾਨ ਆਪਣੀਆਂ ਅੱਖਾਂ ਦੇ ਵਿੱਚ ਆਪ ਡਿੱਗ ਪੈਂਦਾ, ਜਿਸਲੇ ਉਹ ਸ਼ੀਸ਼ਾ ਦੇਖਣ ਨੂੰ ਜੀ ਨਹੀਂ ਉਹਦਾ ਕਰਦਾ, ਜਿਹੜੇ ਸ਼ੀਸ਼ੇ ਮੂਹਰੇ ਖੜਾ ਹੋ ਕੇ ਆਪਣੇ ਆਪ ਨੂੰ ਕਹਿੰਦਾ ਤੂੰ ਕੀਤਾ ਕੀ, ਤੂੰ ਕੀ ਸੋਚਿਆ। ਸੋ ਪ੍ਰਭੂ ਇਸ ਵੇਲੇ ਉਹਨੂੰ ਇਹਨਾਂ ਚੀਜ਼ਾਂ ਤੋਂ ਬਚਾਉਂਦਾ ਪਿਆ, ਪਛਤਾਵੇ ਤੋਂ ਬਚਾ ਰਿਹਾ, ਪਛਤਾਵੇ ਤੋਂ ਬਚਾ ਰਿਹਾ। ਜਿਸ ਤਰ੍ਹਾਂ ਮੈਂ ਕਿਹਾ ਸੀ ਕਿ ਕਹਾਵਤਾਂ ਇਹ ਨਹੀਂ ਹੈਗਾ ਕਿ ਇੱਕ ਕਹਾਵਤ ਇੱਥੇ ਆ ਤੇ ਦੂਜੀ ਉੱਥੇ ਆ, ਤੇ ਤੁਸੀਂ 5-7 ਕਹਾਵਤਾਂ ਜਿਹੜੀਆਂ ਤੁਹਾਡੀਆਂ ਵਧੀਆ ਵਧੀਆ ਤੁਹਾਨੂੰ ਲੱਗਦੀਆਂ ਹੈਗੀਆਂ ਉਸਨੂੰ ਦੇਖ ਕੇ ਤਾਂ ਤੁਸੀਂ ਕੁਛ ਦਾ ਕੁਛ ਬਣਾ ਲਓ। Absolutely not. ਇੱਕ ਐਸੀ ਪੋਥੀ ਆ ਜਿਸ ਦਾ ਹਫ਼ਤੇ ਦੇ ਵਿੱਚ ਇੱਕ ਚੈਪਟਰ ਜ਼ਰੂਰ ਪੜ੍ਹੋ, ਔਰ ਉਹਨੂੰ ਉਸੇ ਚੈਪਟਰ ਦੇ ਵਿੱਚ ਰਹਿ ਕੇ ਸਿੱਖੋ, ਬਾਹਰ ਨਾ ਜਾਓ, ਉਸੇ ਦੇ ਵਿੱਚ ਰਹਿ ਕੇ ਸਿੱਖੋ। ਬਾਕੀ ਵਚਨ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿੱਥੇ ਜਿੱਥੇ ਵਚਨ ਦੀਆਂ ਮੇਨ ਆਇਤਾਂ ਆਉਂਦੀਆਂ, ਉਹਨਾਂ ਦੇ ਵਿੱਚ ਇੱਕ ਖਾਸ ਤਰਾਵਟ, ਖਾਸ ਤਾਕਤ। ਲੇਕਿਨ ਜਿਹੜੀਆਂ ਕਹਾਵਤਾਂ ਆ, ਜਿਹੜਾ ਮੇਨ ਆਇਤ ਤੇ ਮੇਨ ਆਇਤ ਦੇ ਜਿਹੜਾ ਗਬਲਾ ਆ ਹਿੱਸਾ, ਉਹ ਮੇਨ ਉਹ ਸਾਨੂੰ ਉਹਦੇ ਵਿੱਚ ਸਾਨੂੰ ਦੱਸਿਆ ਗਿਆ ਕਿ ਕਿੱਦਾਂ ਕਰਨਾ। ਜੇ ਕੋਈ ਪ੍ਰਭੂ ਨੇ ਕਿਹਾ ਨਹੀਂ ਕਰਨਾ ਤੇ ਫਿਰ ਉਹ ਸਾਨੂੰ ਰਸਤਾ ਉਹਦੇ ਵਿੱਚ ਦੱਸਦਾ ਕਿ ਤੂੰ ਕਿੱਦਾਂ ਨਹੀਂ ਕਰਨਾ। ਸੋ ਪਛਤਾਵੇ ਤੋਂ ਕਿੱਦਾਂ ਬਚਣਾ। ਇਹ ਪੈਸੇ ਦਾ ਪਛਤਾਵਾ ਨਹੀਂ, ਇਹ ਧਨ ਦਾ ਪਛਤਾਵਾ ਨਹੀਂ, ਇਹ ਆਪਣੀ ਜਿਸਲੇ ਆਪਣੀ ਆਤਮਾ ਦੀ ਫਟਕਾਰ, ਉਹ ਤੋਂ ਕਿੱਦਾਂ ਬਚਣਾ। ਜੀਵਨ ਪ੍ਰਭੂ ਸਾਨੂੰ ਇੱਥੇ ਇਹ ਰਸਤਾ ਇੱਥੇ ਦੱਸਦਾ ਹੈ। ਆਓ 15 ਤੋਂ ਲੈ ਕੇ 23 ਤੱਕ ਇਸ ਨੂੰ ਖਤਮ ਕਰੀਏ। ਤੂੰ ਕੇਵਲ ਆਪਣੀ ਪਤਨੀ ਦਾ ਹੀ ਵਫਾਦਾਰ ਰਹਿ ਅਤੇ ਉਸ ਨੂੰ ਹੀ ਪਿਆਰ ਕਰ। ਪਰਾਈ ਔਰਤ ਤੋਂ ਜੰਮੀ ਤੇਰੀ ਸੰਤਾਨ ਹਰਾਮ ਦੀ ਠਹਿਰੇਗੀ ਅਤੇ ਉਸ ਤੋਂ ਤੈਨੂੰ ਕੋਈ ਲਾਭ ਨਹੀਂ ਹੋਵੇਗਾ। ਤੇਰੀ ਸੰਤਾਨ ਕੇਵਲ ਤੇਰੇ ਹੀ ਭਲੇ ਦੇ ਲਈ ਹੋਣੀ ਚਾਹੀਦੀ ਹੈ, ਨਾ ਕਿ ਪਰਾਏ ਦੇ। ਸੋ ਤੇਰਾ ਪਿਆਰ ਮਸੀਸਤ ਹੋਵੇ ਅਤੇ ਤੂੰ ਆਪਣੀ ਜਵਾਨੀ ਵਿੱਚ ਵਿਆਹੀ ਪਤਨੀ ਨਾਲ ਆਨੰਦ ਮਾਣ। ਉਹ ਅਤ ਸੁੰਦਰ ਅਤੇ ਹਰਨੀ ਵਾਂਗ ਭੋਲੀ ਹੈ। ਉਸ ਦੀ ਸੁੰਦਰਤਾ ਤੋਂ ਤੈਨੂੰ ਸਦਾ ਖੁਸ਼ੀ ਮਿਲੇ ਅਤੇ ਉਸ ਦੇ ਪਿਆਰ ਵਿੱਚ ਹਮੇਸ਼ਾ ਡੁੱਬਾ ਰਹੇ। ਮੇਰੇ ਪੁੱਤਰ, ਆਖਰ ਤੂੰ ਪਰਾਈ ਔਰਤ ਨੂੰ ਕਿਉਂ ਪਿਆਰ ਕਰੇ? ਤੂੰ ਕਿਉਂ ਉਸ ਦੀ ਸੁੰਦਰਤਾ ਤੇ ਮਰ ਮਿਟੇ? ਪ੍ਰਭੂ ਤੇਰੇ ਹਰ ਕੰਮ ਨੂੰ ਦੇਖਦਾ ਹੈ ਅਤੇ ਉਹ ਤੇਰੇ ਸਭ ਰਾਹਾਂ ਦੀ ਜਾਣਕਾਰੀ ਰੱਖਦਾ ਹੈ। ਦੁਸ਼ਟ ਮਨੁੱਖ ਦੇ ਆਪਣੇ ਪਾਪ ਹੀ ਉਸ ਲਈ ਫੰਦਾ ਹਨ, ਜਿਨ੍ਹਾਂ ਵਿੱਚ ਉਹ ਫਸ ਜਾਂਦਾ ਹੈ। ਉਹ ਸਵੈ ਕਾਬੂ ਨਾ ਹੋਣ ਕਾਰਨ ਮੌਤ ਦੇ ਮੂੰਹ ਵਿੱਚ ਚਲਾ ਜਾਂਦਾ ਹੈ ਅਤੇ ਆਪਣੀ ਮੂਰਖਤਾ ਕਾਰਨ ਉਹ ਨਾਸ਼ ਹੋ ਜਾਂਦਾ ਹੈ। And it's very important. ਇਸ ਕਰਕੇ ਮੈਂ ਇਸ ਚੀਜ਼ ਨੂੰ ਆਪਣੇ ਪੱਲੇ ਬੰਨਿਆ ਜੋ ਮੈਨੂੰ ਪ੍ਰਭੂ ਨੇ ਸਿਖਾਇਆ ਸੀ। ਤੇ ਜਿਹੜਾ ਬਾਉਂਡਰੀਜ਼ ਆ ਉਹ ਬਹੁਤ ਜ਼ਰੂਰੀ, ਉਹ ਬਹੁਤ ਜ਼ਰੂਰੀ। ਔਰ ਜਿਹੜਾ ਸਾਡਾ ਬਾਉਂਡਰੀਜ਼ ਦਾ ਜਿਹੜਾ ਪਹਿਲਾ ਸਰਕਲ ਆ,
ਉਸ ਦੇ ਵਿੱਚ ਮੈਂ, ਮੇਰੀ ਪਤਨੀ ਔਰ ਪ੍ਰਭੂ, ਹੋਰ ਕੋਈ। और एक बड़ा अजीब मैथ है कि 1 + 1 + 1 पति पत्नी और प्रभु इज इक्वल टू 1। क्योंकि जे इन्हां दा तिन्नों दा जवाब एक नहीं होएगा ते वो एकाग्रता नहीं आएगी। वो ਜਿਹੜੀ ਯੂਨੀਅਨ ਆ ਉਹ ਨਹੀਂ ਆਏਗੀ। ਜਦ ਵੀ ਤੁਸੀਂ ਦੇਖੋ ਕਿ ਮੇਰੀ ਪਤਨੀ ਤੋਂ, ਮੇਰੇ ਪਤੀ ਤੋਂ ਮਨ ਅੱਕਦਾ ਪਿਆ, ਪ੍ਰਭੂ ਤੋਂ ਪਿਆਰ ਤੁਸੀਂ ਮੰਗ ਸਕਦੇ। ਭਾਈ ਮੈਂ ਇਸ ਇਨਸਾਨ ਨੂੰ ਪਿਆਰ ਨਹੀਂ ਕਰ ਸਕਦੀ, ਅਗਰ ਤੂੰ ਦਏਂਗਾ ਤੇ ਜ਼ਰੂਰ ਕਰੂੰਗਾ। ਪ੍ਰਭੂ ਦਿੰਦਾ ਔਰ ਉੱਥੋਂ ਹੀ ਸਾਰੀਆਂ ਬਰਕਤਾਂ ਪੈਦਾ ਹੁੰਦੀਆਂ। ਇਹ ਫਾਊਂਡੇਸ਼ਨ, ਇਸ ਫਾਊਂਡੇਸ਼ਨ ਤੋਂ ਹੀ ਜਿੱਥੇ ਪਤੀ ਪਤਨੀ ਔਰ ਪਰਮੇਸ਼ਵਰ, ਬਸ ਸਾਡੇ ਬੱਚੇ ਸੈਕੰਡ ਸਰਕਲ ਦੇ ਵਿੱਚ ਆਉਂਦੇ, ਪਹਿਲੇ ਦੇ ਵਿੱਚ ਨਹੀਂ। ਔਰ ਉੱਥੇ ਦੀ ਮੁਸੀਬਤ ਨੂੰ ਕੋਸ਼ਿਸ਼ ਕਰੋ ਕਿ ਪ੍ਰਭੂ ਨੂੰ ਦਿਓ, ਉਸ ਨੂੰ ਆਪਣੀ ਮੈਰਿਜ ਦੇ ਗੱਭੇ ਕਦੇ ਨਾ ਹੋਣ ਦਿਓ। ਤਾਂ ਫਿਰ ਜੋ ਇਹ ਪ੍ਰਭੂ ਕਹਿੰਦਾ ਕਿ ਤੂੰ ਪਿਆਰ ਦੇ ਵਿੱਚ ਡੁੱਬਾ ਰਹੇ, ਔਰ ਫਿਰ ਜਿਸਲੇ ਇੱਕ ਹੋਣ ਦੇ ਕਾਰਨ ਅਸੀਂ ਉਸ ਨੂੰ ਲੈ ਕੇ ਤੁਰਾਂਗੇ, ਅਸੀਂ ਡਿਵਾਈਡਡ ਨਹੀਂ ਹੋਵਾਂਗੇ, ਸਾਡੇ ਵਿਚਾਰ ਇੱਕ ਹੋਣਗੇ, ਸਾਡਾ ਰਸਤਾ ਇੱਕ ਹੋਏਗਾ, ਔਰ ਇਹਨਾਂ ਦੋਨਾਂ ਦੇ ਉੱਤੋਂ ਅਸੀਂ ਜਿਹੜਾ ਕੰਮ ਕਰਾਂਗੇ ਉਹ ਇਕੱਠੇ ਹੋ ਕੇ ਇੱਕ ਸੋਚਣਾ ਕਰਾਂਗੇ। ਇਹ ਨਹੀਂ ਕਿ ਪਤੀ ਕੁਛ ਕਰਦਾ ਪਿਆ, ਪਤਨੀ ਕੁਛ ਕਰਦੀ ਪਈ, ਬੱਚਾ ਫਿਰ ਨਜਾਇਜ਼ ਫਾਇਦਾ ਉਠਾਉਂਦਾ, ਉਹ ਫਿਰ ਨਜਾਇਜ਼ ਫਾਇਦਾ उठाना। पर अगर सोच एक का, शब्द एक का, और तुसी अपने रिश्ते ਨੂੰ सरल रखिया है, तो फिर बरकत ही बरकत, फिर बरकत ही बरकत। ये चीज इस दे विच सानू वो दिखाउंदा पिया। सो हुण प्रभु ने उसनूं होर चेतावनियां देणियां। हुण असीं प्रभु दी आवाज़ सुननी दुबारा शुरू करनी है। सो आओ असीं 6वां असीं आ गए चैप्टर दे विच, उस दी एक आयत तो लैके असीं 19 आयत तक देखांगे। ਮੇਰੇ ਪੁੱਤਰ, ਜੇਕਰ ਤੂੰ ਆਪਣੇ ਗੁਆਂਢੀ ਦੀ ਜ਼ਮਾਨਤ ਦਿੱਤੀ ਹੈ ਜਾਂ ਕਿਸੇ ਪਰਦੇਸੀ ਅਣਜਾਣ ਦੀ ਜ਼ਿੰਮੇਵਾਰੀ ਆਪਣੇ ਉੱਤੇ ਲਈ ਹੈ, ਜਾਂ ਤੂੰ ਆਪਣੇ ਹੀ ਸ਼ਬਦਾਂ ਦੇ ਜਾਲ ਵਿੱਚ ਫਸ ਗਿਆ ਹੈ, ਜਾਂ ਆਪਣੀ ਕੀਤੀ ਪ੍ਰਤਿੱਗਿਆ ਕਾਰਨ ਫੜਿਆ ਗਿਆ ਹੈ ਅਤੇ ਆਪਣੇ ਗੁਆਂਢੀ ਦੇ ਹੱਥੀਂ ਫਸ ਚੁੱਕਾ ਹੈ, ਤਾਂ ਤੂੰ ਇਸ ਤਰ੍ਹਾਂ ਕਰਕੇ ਇਸ ਵਿੱਚੋਂ ਨਿਕਲ ਜਾ। ਤੂੰ ਤੁਰੰਤ ਉਸ ਕੋਲ ਜਾ ਕੇ ਉਸ ਨੂੰ ਨਿਉ ਕੇ ਪ੍ਰਣਾਮ ਕਰ ਅਤੇ ਆਪਣੇ ਛੁਟਕਾਰੇ ਦੀ ਭਿੱਖ ਮੰਗ। ਸਗੋਂ ਤੂੰ ਆਪਣੇ ਆਪ ਦਾ ਉਸ ਤਰ੍ਹਾਂ ਤੁਰੰਤ ਬਚਾ ਕਰ ਜਿਸ ਤਰ੍ਹਾਂ ਹਿਰਨ ਸ਼ਿਕਾਰੀ ਤੋਂ ਬਚਦਾ ਹੈ ਅਤੇ ਪੰਛੀ ਆਪਣੇ ਫੜਨ ਵਾਲੇ ਤੋਂ। ਆਲਸੀ ਮਨੁੱਖ ਕੀੜੀ ਦੇ ਕੋਲ ਜਾ ਕੇ ਸਿੱਖਿਆ ਲਵੇ ਕਿ ਉਹ ਕਿਸ ਤਰ੍ਹਾਂ ਰਹਿੰਦੀ ਹੈ। ਉਸ ਦਾ ਨਾ ਕੋਈ ਆਗੂ ਜਾਂ ਮੁਖੀਆ ਜਾਂ ਸ਼ਾਸਕ ਹੁੰਦਾ ਹੈ, ਪਰ ਉਹ ਫਿਰ ਗਰਮੀ ਦੀ ਰੁੱਤੇ ਆਪਣਾ ਭੋਜਨ ਇਕੱਠਾ ਕਰਕੇ ਆਪਣੇ ਆਪ ਨੂੰ ਸਿਆਲ ਦੇ ਲਈ ਤਿਆਰ ਕਰਦੀ ਹੈ। ਆਲਸੀ ਮਨੁੱਖ ਕਦੋਂ ਤੱਕ ਬਿਸਤਰ ਉੱਤੇ ਲੇਟਿਆ ਰਹੇਗਾ? ਉਹ ਕਦੋਂ ਤੱਕ ਨੀਂਦ ਤੋਂ ਜਾਗੇਗਾ? ਉਹ ਕਹਿੰਦਾ ਹੈ, ਮੈਂ ਕੇਵਲ ਥੋੜੀ ਜਿਹੀ ਨੀਂਦ ਲਵਾਂਗਾ, ਮੈਂ ਥੋੜੇ ਚਿਰ ਲਈ ਆਪਣੇ ਹੱਥ ਸਿਰ ਹੇਠ ਰੱਖ ਕੇ ਲੇਟਾਂਗਾ। ਪਰ ਜਦੋਂ ਉਹ ਸੌ ਰਿਹਾ ਹੋਵੇਗਾ, ਗਰੀਬੀ ਉਸ ਉੱਤੇ ਹਥਿਆਰਬੰਦ ਲੁਟੇਰਿਆਂ ਦੇ ਵਾਂਗ ਹੱਲਾ ਬੋਲੇਗੀ। ਨਿਕੰਮਾ ਤੇ ਦੁਸ਼ਟ ਮਨੁੱਖ ਚਾਰੇ ਪਾਸੇ ਝੂਠੀਆਂ ਅਫਵਾਹਾਂ ਉਡਾਉਂਦਾ ਰਹਿੰਦਾ ਹੈ। ਉਹ ਤੈਨੂੰ ਧੋਖਾ ਦੇਣ ਦੇ ਲਈ ਅੱਖਾਂ ਮਾਰਦਾ ਅਤੇ ਇਸ਼ਾਰੇ ਕਰਦਾ ਹੈ। ਉਹ ਹਰ ਸਮੇਂ ਉਲਟੀਆਂ ਬਿਉਂਤਾਂ ਬਣਾਉਂਦਾ ਅਤੇ ਹਰ ਥਾਂ ਝਗੜੇ ਖੜੇ ਕਰਦਾ ਰਹਿੰਦਾ ਹੈ। ਇਸੇ ਕਾਰਨ ਉਸ ਉੱਤੇ ਬਿਨਾਂ ਚੇਤਾਵਨੀ ਦਿੱਤਿਆਂ ਬਿਪਤਾ ਆ ਪਵੇਗੀ ਅਤੇ ਉਹ ਮੌਤ ਦੇ ਮੂੰਹ ਵਿੱਚ ਚਲਾ ਜਾਵੇਗਾ। 7 ਚੀਜ਼ਾਂ ਹਨ ਜਿਨ੍ਹਾਂ ਨੂੰ ਪ੍ਰਭੂ ਘਿਰਨਾ ਕਰਦਾ ਹੈ ਅਤੇ ਉਹ ਉਹਨਾਂ ਨੂੰ ਸਹਿਣ ਨਹੀਂ ਕਰ ਸਕਦਾ ਹੈ।
ਹੰਕਾਰੀ ਅੱਖਾਂ, ਝੂਠ ਬੋਲਣ ਵਾਲੀ ਜੀਭ, ਮਾਸੂਮਾਂ ਦਾ ਕਤਲ ਕਰਨ ਵਾਲੇ ਹੱਥ, ਦੁਸ਼ਟਾਂ ਭਰੀਆਂ ਬਿਉਂਤਾਂ ਬਣਾਉਣ ਵਾਲਾ ਮਨ, ਬੁਰਾਈ ਦੇ ਰਾਹ ਤੇ ਚੱਲਣ ਵਾਲੇ ਪੈਰ, ਝੂਠੀਆਂ ਗਵਾਹੀਆਂ ਦੇਣ ਵਾਲਾ ਮੂੰਹ ਅਤੇ ਮਿੱਤਰਾਂ ਵਿੱਚ ਫੁੱਟ ਪਾਉਣ ਵਾਲਾ ਮਨੁੱਖ। ਅਸੀਂ ਇਹਨਾਂ 7 ਚੀਜ਼ਾਂ ਨੂੰ ਜਿਸ ਵੇਲੇ ਅਸੀਂ ਦੁਆਰਾ ਇੱਥੋਂ ਦੀ ਨਿਕਲਾਂਗੇ ਤੇ ਕੱਲੀ ਕੱਲੀ ਚੀਜ਼ ਨੂੰ ਖੋਲ ਕੇ ਦੇਖਾਂਗੇ। ਪਰ ਅਗਰ ਅਸੀਂ ਸਾਰੀਆਂ ਕਹਾਵਤਾਂ ਨੂੰ ਦੇਖੀਏ ਤਾਂ ਇਹ 16 ਤੋਂ ਲੈ ਕੇ 19 ਵਰਸ ਤੱਕ ਮੇਨ ਹਿੱਸਾ, ਇਹਦੇ ਵਿੱਚੋਂ ਦੀ ਉਹ ਸਾਰੀਆਂ ਚੀਜ਼ਾਂ ਆਪਣੇ ਬੰਦੇ ਨੂੰ ਸਿਖਾ ਰਿਹਾ ਪ੍ਰਭੂ, ਜਿਨ੍ਹਾਂ ਚੀਜ਼ਾਂ ਨੂੰ ਉਹ ਨਫ਼ਰਤ ਕਰਦਾ। ਅਸੀਂ ਕਹਾਵਤਾਂ ਵਿੱਚ ਬਹੁਤ ਸਾਰੀਆਂ ਨੈਗੇਟਿਵ ਚੀਜ਼ਾਂ, ਪ੍ਰਭੂ ਦੀ ਇੱਕ ਨੈਗੇਟਿਵ ਆਵਾਜ਼ ਅਸੀਂ ਬਾਰ-ਬਾਰ ਸੁਣੀ, ਇਹ ਨਾ ਕਰ, ਇਹ ਨਾ ਕਰ। ਸੋ ਇੱਥੇ ਪ੍ਰਭੂ ਨੇ 3 ਚੀਜ਼ਾਂ ਸਾਨੂੰ ਦੱਸੀਆਂ ਕਿ ਸਭ ਤੋਂ ਪਹਿਲਾਂ ਜਿਹੜੀ ਉਸਨੇ ਚੇਤਾਵਨੀ ਦਿੱਤੀ ਆ, ਉਹ ਜਿਹੜੇ ਚਲਾਕ ਆਦਮੀ ਆ, ਚਲਾਕ ਲੋਕ। ਸੋ ਪ੍ਰਭੂ ਨੇ ਇੱਕ ਚੀਜ਼ ਹੋਰ ਸਾਨੂੰ ਸਮਝਾਈ, ਔਰ ਇਹ ਬੜੀ ਡੀਪਲੀ ਦੇਖਣ ਵਾਲੀ ਚੀਜ਼। ਅਸੀਂ ਇਸ ਚੀਜ਼ ਦੇ ਵਿੱਚ ਬਹੁਤ ਫਸ ਜਾਂਦੇ, ਪਰ ਮੈਂ ਤਾਂ ਹੁਣ ਜ਼ੁਬਾਨ ਦੇ ਦਿੱਤੀ। ਮੈਂ ਤਾਂ ਜ਼ੁਬਾਨ ਦੇ ਦਿੱਤੀ, ਹੁਣ ਮੈਂ ਤਾਂ ਇਹ ਕਰਨਾ ਹੀ ਕਰਨਾ। ਉਹ ਕਹਿੰਦਾ ਨਹੀਂ, ਜਿਸ ਵੇਲੇ ਜਾਨਵਰ ਨੂੰ ਫੜਿਆ ਜਾਂਦਾ ਨਾ, ਯਾਨੀ ਕਿ ਹਾਥੀ ਨੂੰ ਵੀ ਜਿਹਨਾਂ ਨੇ ਫੜਨਾ ਹੁੰਦਾ, ਤੇ ਉਹ ਵੀ ਬਹੁਤ ਸਾਰੇ ਥੱਲੇ ਟੋਆ ਕੱਢ ਕੇ, ਉੱਤੇ ਲੱਕੜੀਆਂ ਰੱਖ ਕੇ, ਪੱਤੇ ਵਿਛਾ ਕੇ, ਤੇ ਉੱਥੇ ਗੰਨੇ ਸੁੱਟ ਦਿੰਦੇ ਆ। ਔਰ ਜਿਸ ਲਈ ਉਹ ਫੜ ਹੋ ਜਾਂਦਾ, ਤੇ ਉਹਨਾਂ ਗੰਨਿਆਂ ਦੇ ਲਾਲਚ ਤੇ ਫੜ ਹੁੰਦਾ। ਪਰ ਇਹ ਚੀਜ਼ ਦੀ ਬੁੱਧ ਪ੍ਰਭੂ ਦਿੰਦਾ ਕਿ ਤੂੰ ਸਿਰਫ ਗੰਨੇ ਦੇਖਦਾ, ਮੈਂ ਤੂੰ ਟੋਆ ਨਹੀਂ ਦੇਖਦਾ ਪਿਆ। ਫਿਰ ਚਾਹੇ ਉਹ ਕਹਿੰਦਾ ਤੂੰ ਜ਼ੁਬਾਨ ਦਿੱਤੀ ਹੈ ਤੇ ਚਾਹੇ ਨਹੀਂ ਦਿੱਤੀ, ਇੱਕ ਚੀਜ਼ ਫਿਰ ਜਾ ਕੇ ਜ਼ਰੂਰ ਕਰ। ਕਹਿੰਦਾ ਮਿਹਨਤ ਤਰਲਾ ਕਰ ਲਾ, ਤੈਨੂੰ ਮਿਹਨਤ ਤਰਲਾ ਵੀ ਕਰਨਾ ਪਏ। ਉਹਨੂੰ ਦੱਸ ਦੇ ਕਿ ਭਾਈ ਮੈਂ ਜਿਹੜਾ ਡਿਸੀਜਨ ਲਿਆ, ਮੈਂ ਬਹੁਤ ਕਾਹਲੀ ਦੇ ਵਿੱਚ ਲੈ ਲਿਆ, ਲੇਕਿਨ ਮੈਂ ਹੁਣ ਜਿਸੇ ਸੋਚ ਸਮਝ ਕੇ ਭਾਈ ਕਰਨਾ ਪਿਆ ਕਿ ਮੇਰੇ ਲਈ ਇਹ ਠੀਕ, ਔਰ ਤੈਨੂੰ ਅੱਗੇ ਆਪਣੀ ਇੱਛਾ ਦੇ ਨਾਲ ਜੋ ਵੀ ਤੂੰ ਕਰਨਾ ਮੰਗਦਾ, ਪਰ ਮੈਂ ਇਹਦੇ ਵਿੱਚ ਨਹੀਂ। ਇਹ ਬੜਾ ਪਿਆਰਾ ਹਿੱਸਾ ਹੈ ਇਹ, ਕਿਉਂਕਿ ਜਿਸ ਵੇਲੇ ਫਿਰ ਫਸ ਗਏ, ਫਿਰ ਫਸਦੇ ਹੀ ਤੁਸੀਂ ਚਲੇ ਜਾਓਗੇ, ਫਸਦੇ ਹੀ ਚਲੇ ਜਾਓਗੇ ਉਹਦੇ ਵਿੱਚ। ਸੋ ਪ੍ਰਭੂ ਕਹਿੰਦਾ ਉਸ ਟੋਏ ਦੇ ਵਿੱਚੋਂ ਕਿੱਦਾਂ ਬਚਣਾ, ਮੈਂ ਤੈਨੂੰ ਰਸਤਾ ਦੱਸਦਾ, ਮੈਂ ਤੈਨੂੰ ਰਸਤਾ ਦੱਸਦਾ, ਆਹ ਰਸਤਾ ਆ। ਏਦਾਂ ਆਪਣੇ ਆਪ ਨੂੰ ਉਹਦੇ ਵਿੱਚੋਂ ਨਹੀਂ ਕੱਢ ਲਾ। ਔਰ ਕਿਉਂਕਿ ਉਸ ਤੋਂ ਬਾਅਦ ਫਿਰ ਸਾਨੂੰ ਉਸਨੇ ਨਿਕੰਮੇ ਆਦਮੀ ਬਾਰੇ ਦੱਸਿਆ ਕਿ ਆਪਣੇ ਆਪ ਨੂੰ ਆਲਸ ਦੇ ਵਿੱਚ ਮਤ ਪਾ। ਤੇਰਾ ਸੁਭਾਅ ਆਲਸੀ ਨਹੀਂ ਹੋਣਾ ਚਾਹੀਦਾ। ਅਗਰ ਤੇਰਾ ਸੁਭਾਅ ਆਲਸੀ ਹੋਇਆ ਤੇ ਇਹ ਤੈਨੂੰ ਧੋਖਾ ਦੇਗਾ। ਔਰ ਫਿਰ ਅਸੀਂ ਪ੍ਰਭੂ ਦੇ ਬਚਨ 'ਚ ਦੇਖਿਆ ਸੀ, ਪਿੱਛੇ ਦੇਖਿਆ ਸੀ ਕਹਾਵਤਾਂ ਦੇ ਵਿੱਚ, ਕਿ ਪ੍ਰਭੂ ਨੇ ਆਪਣੀ ਬੁੱਧ ਦੇ ਨਾਲ ਸਾਰਾ ਕੁਝ ਜੋ ਅਸੀਂ ਦੇਖਦੇ ਹਾਂ, ਜੋ ਸਾਡੀਆਂ ਅੱਖਾਂ ਨਹੀਂ ਦੇਖਦੀਆਂ, ਸਭ ਕਾਸੇ ਦੀ ਜਿਹੜੀ ਰਚਨਾ ਪ੍ਰਭੂ ਨੇ ਕੀਤੀ, ਆਪਣੀ ਬੁੱਧ ਦੇ ਨਾਲ ਕੀਤੀ ਹੈ। ਔਰ ਜਿਨ੍ਹਾਂ ਦੇ ਵਿੱਚੋਂ ਇੱਕ ਕੀੜੀ ਆ, ਉਹਨੂੰ ਵੀ ਮੌਸਮ ਪਤਾ ਹੈ, ਉਹਨੂੰ ਵੀ ਮੌਸਮ ਪਤਾ ਹੈ। ਈਵਨ ਦੋ ਕਿ ਉਹਦਾ ਲਾਈਫ ਸਪੈਨ 1 ਸਾਲ ਹੁੰਦਾ ਬਸ, ਲੇਕਿਨ ਪ੍ਰਭੂ ਨੇ ਉਸਨੂੰ ਵੀ ਬੁੱਧ ਦਿੱਤੀ ਹੋਇਆ ਕਿ ਤੂੰ ਕਿਸ ਤਰ੍ਹਾਂ ਖਾਣਾ ਇਕੱਠਾ ਕਰਨਾ, ਔਰ ਕਿੱਦਾਂ ਤੈਨੂੰ ਇਹਦੀ ਲੋੜ ਪੈਣੀ ਹੈ। ਬੜੇ ਅਜੀਬ ਤਰੀਕੇ ਦੇ ਨਾਲ ਕੀੜੀਆਂ ਆਪਣੇ ਘਰ ਬਣਾਉਂਦੀਆਂ,
ਕਿਤੇ ਹੜ ਆ ਜਾਵੇ ਤਾਂ ਉਹਨਾਂ ਦਾ ਖਾਣਾ ਭੇਜਦਾ, ਨਹੀਂ ਤਾਂ ਉਹਨਾਂ ਦਾ ਖਾਣਾ ਨਹੀਂ ਭੇਜਦਾ। ਉਹਨਾਂ ਨੇ ਇਸ ਹਿਸਾਬ ਦੇ ਨਾਲ ਸਾਰੀਆਂ ਚੀਜ਼ਾਂ ਤਿਆਰ ਕੀਤੀਆਂ ਹੁੰਦੀਆਂ, ਏਦਾਂ ਉੱਚੇ ਨੀਵੇਂ, ਥੱਲਿਓਂ ਦੀ ਉੱਤੋਂ ਦੀ। ਫਿਰ ਬਲੌਕ ਲੱਗ ਜਾਂਦਾ, ਬੰਦ ਹੋ ਜਾਂਦਾ, ਪਾਣੀ ਜੇ ਪੈ ਜਾਵੇ ਆਪਣੇ ਆਪ ਉਹਨਾਂ ਦਾ ਰਸਤਾ ਮਿੱਟੀ ਬੰਦ ਕਰ ਦਿੰਦੀ ਹੈ। ਇੰਨੀ ਬੁੱਧ ਦੇ ਨਾਲ ਬਣਾਉਂਦੀਆਂ। ਅੱਗੋਂ ਫਿਰ ਜਿਹੜੇ ਸਾਡੇ ਘਰਾਂ ਦੇ ਵਿੱਚ ਮਿੱਟੀ ਦੇ ਢੇਰ ਲਾ ਦਿੰਦੇ ਆ, ਜਿੰਨਾ ਮਰਜ਼ੀ ਪਾਣੀ ਪਾਈ ਜਾਓ, ਤੁਸੀਂ ਉਹਨਾਂ ਨੂੰ ਡੁਬੋ ਨਹੀਂ ਸਕਦੇ, ਕਿਉਂਕਿ ਉਹਨਾਂ ਨੇ ਆਪਣੇ ਘਰ ਹੀ ਇਸ ਤਰੀਕੇ ਦੇ ਨਾਲ ਬਣਾਏ ਹੁੰਦੇ। ਇਹ ਪ੍ਰਭੂ ਦੀ ਬੁੱਧ ਦਿੱਤੀ ਹੋਈ। ਉਹ ਕਹਿੰਦਾ ਦੇਖ ਮੈਂ ਜਾਨਵਰਾਂ ਨੂੰ ਵੀ ਬੁੱਧ ਦਿੱਤੀ ਹੋਈ, ਤੂੰ ਉਹਨਾਂ ਤੋਂ ਸਿੱਖ ਲਾ, ਅਗਰ ਨਹੀਂ ਤਾਂ ਤੂੰ ਉਹਨਾਂ ਤੋਂ ਸਿੱਖ ਲਾ। ਮੈਂ 4 ਚਫੇਰੇ ਤੇਰੇ ਬੁੱਧ ਰੱਖੀ ਹੋ ਜੋ ਤੈਨੂੰ ਸਿਖਾਏਗੀ, ਜੋ ਤੇਰੇ ਤੇ ਕਿਰਪਾ ਕਰੇਗੀ। ਅਗਲੀਆਂ ਚੀਜ਼ਾਂ ਜਿਹੜੀਆਂ ਪ੍ਰਭੂ ਨੂੰ ਪਸੰਦ ਨੇ, ਸਭ ਤੋਂ ਪਹਿਲਾਂ ਉਹਨੂੰ ਮੈਂ ਪਸੰਦ ਨਹੀਂ, ਹੰਕਾਰੀ। ਮੈਂ ਏਦਾਂ ਤੇ ਮੈਂ ਏਦਾਂ ਤੇ ਮੈਂ ਏਦਾਂ। ਫਿਰ ਮੈਂ ਕਿਹਾ ਬੀ ਕੇਅਰਫੁਲ। ਅਗਰ ਤੋਂ ਏਦਾਂ ਦੇ ਬੰਦੇ ਦੇ ਵਿੱਚ ਤੁਸੀਂ ਆ ਵੀ ਜਾਂਦੇ ਨਾ, ਜਿਹੜਾ ਮੈਂ ਦੇ ਭਜਨ ਗਾਉਂਦਾ ਪਿਆ, ਤਾਂ ਉਹ ਜਿਸ ਤਰ੍ਹਾਂ ਉਹਨਾਂ ਨੇ ਅਦਨ ਦੇ ਬਾਗ ਦੇ ਵਿੱਚ ਆਪਣੇ ਆਪ ਨੂੰ ਪ੍ਰਭੂ ਦੇ ਬਰਾਬਰ ਬਣਾਉਣਾ ਚਾਹਿਆ ਸੀ, ਉਹ ਆਤਮਾ ਉਹਦੇ ਵਿੱਚ। ਇਹ ਨਹੀਂ ਕਿ ਪ੍ਰਭੂ ਦੇ ਆਤਮਾ ਨੇ ਉਹਨਾਂ ਨੂੰ ਛੱਡ ਦਿੱਤਾ ਤੇ ਦੂਜਾ ਜਿਹੜੇ ਹੋਰ ਆਤਮਾ ਨਹੀਂ ਆਈ। 1 ਸੈਕਿੰਡ ਲੱਗਦਾ। ਗੰਦੀ ਆਤਮਾ ਦਾ ਕਬਜ਼ਾ 1 ਸੈਕਿੰਡ ਦਾ ਕੰਮ ਹੁੰਦਾ। ਜਿੱਦਾਂ ਹੀ ਪ੍ਰਭੂ ਦਾ ਆਤਮਾ ਸਾਨੂੰ ਛੱਡਦਾ, ਇੱਕ ਪਾਸੇ ਹੋ ਜਾਂਦਾ ਕਿ ਅੱਛਾ ਭਾਈ ਤੂੰ ਜੋ ਕਰਨਾ ਕਰਕੇ ਦੇਖ ਲੈ, ਪਹਿਲਾਂ ਨਾਲ ਹੀ ਉਸਦਾ ਉੱਥੇ ਕਬਜ਼ਾ ਹੁੰਦਾ। ਤੇ ਬਸ ਫਿਰ ਅਸੀਂ ਮੈਂ ਦੇ ਭਜਨ ਗਾਉਂਦੇ। ਜਿਹੜਾ ਬੰਦਾ ਮੈਂ ਦੇ ਭਜਨ ਗਾ ਰਿਹਾ, ਉੱਥੋਂ ਤੁਸੀਂ ਇਸ ਚੀਜ਼ ਨੂੰ ਸਮਝ ਜਾਓ ਕਿ ਭਾਈ ਮੈਂ ਇਹਦਾ ਜੱਜ ਤਾਂ ਹੈ ਨੀ ਗਾ, ਪਰ ਮੈਨੂੰ ਇਹ ਤੋਂ ਬਚ ਕੇ ਰਹਿਣਾ ਪੈਣਾ। ਔਰ ਪ੍ਰਭੂ ਤੋਂ ਬੁੱਧ ਮੰਗ ਕੇ, ਜਿੱਦਾਂ ਉਹਨੇ ਕਿਹਾ, ਇੱਕ ਪਾਸੇ ਦੀ ਹੋ ਕੇ ਨਿਕਲ ਜਾ, ਇੱਕ ਪਾਸੇ ਦੀ ਹੋ ਕੇ ਨਿਕਲ ਜਾ। ਛੋਟੇ ਰਸਤੇ ਤੇ ਕਿੱਦਾਂ ਚੱਲਣਾ, ਇਹ ਕਹਾਵਤਾਂ ਸਾਨੂੰ ਉਹ ਚੀਜ਼ ਸਿਖਾਉਂਦੀਆਂ ਪਈਆਂ। ਜਿੱਦਾਂ ਵੱਡੇ ਰਸਤੇ ਤੇ ਚੱਲਣ ਦੇ ਲਈ ਸਾਡੇ ਬਹੁਤ ਸਲਾਹਕਾਰ ਹੁੰਦੇ ਆ, ਇਸੇ ਤਰ੍ਹਾਂ ਛੋਟੇ ਰਸਤੇ ਤੇ ਜਿਹੜਾ ਉਹ ਸਾਨੂੰ ਉਹਨਾਂ ਰਸਤਿਆਂ 'ਚ ਭਟਕਾਉਂਦੇ ਆ, 4 ਚਫੇਰੇ ਲੈ ਕੇ ਜਾਂਦੇ ਆ। ਬੜੀਆਂ ਉਹ ਰੰਗ ਬਿਰੰਗੀਆਂ ਗੱਲਾਂ ਕਰਦੇ ਆ, ਲੇਕਿਨ ਉਸੇ ਤਰ੍ਹਾਂ ਪ੍ਰਭੂ ਦੀ ਜਿਹੜੀ ਬੁੱਧ ਆ, ਉਹ ਸਾਨੂੰ ਛੋਟੇ ਰਸਤੇ ਤੇ ਲੈ ਕੇ ਚੱਲਦੀ ਆ। ਸੋ ਕਹਿੰਦਾ ਮੇਰੀਆਂ ਇਹਨਾਂ ਗੱਲਾਂ ਤੇ ਧਿਆਨ ਰੱਖ, ਇਹਨਾਂ ਨੂੰ ਨਾਲ ਲੈ ਕੇ ਚੱਲ, ਤੂੰ ਘਰ ਪਹੁੰਚ ਜਾਏਗਾ। ਬਸ ਇਹ ਚੀਜ਼ ਆ, ਬੇਸਿਕਲੀ ਇਹ ਚੀਜ਼ ਸਾਨੂੰ ਕਹਾਵਤਾਂ ਸਿਖਾਉਂਦੀ ਆ ਕਿ ਪ੍ਰਭੂ ਯਿਸੂ ਮਸੀਹ जिसने क्या मैं ही राह मैं ही जिंदगी और आई एम द वे एंड द लाइफ एंड मैं ही रास्ता मैं ही जिंदगी एंड द लाइफ, और साडी जिहड़ी डेस्टिनेशन है वो भी प्रभु आप। सच भी वो ही है, मैं ही सच मैं ही राह मैं ही जिंदगी। और उस रस्ते ते चलना किदां सानू कहावतां सिखाउंदियां पईयां, चेतावनी दिंदियां पईयां, बचाउंदियां पईयां, और इत्थों सानू ये चीज़ां मिलदियां। सो असीं हुण बाकी ਦੀਆਂ ਜਿਹੜੀਆਂ 6 ਚੀਜ਼ਾਂ ਆ, ਉਹ ਜਿੱਦਾਂ ਅਸੀਂ ਕਹਾਵਤਾਂ ਦੇ ਵਿੱਚ ਦੀ ਮੰਗਾਂਗੇ, ਅਸੀਂ ਬਾਕੀ ਦੀਆਂ 6 ਚੀਜ਼ਾਂ ਨੂੰ ਯਾਦ ਕਰਾਂਗੇ। ਔਰ ਹਾਲੇ ਤੱਕ ਉਸਨੇ ਜਿਹੜੀਆਂ ਉਸਨੂੰ ਚੀਜ਼ ਜਿਹੜੀ ਹੁਣ ਤਾਂ ਹਾਲੇ ਤੱਕ ਜਿਹੜੀ ਸਿਖਾਈ ਆ, ਉਹ ਹੰਕਾਰੀ सिखाया कि अहंकार ना कर, ये ना सोच के तू बच जाएगा, बल्कि प्रभु ते डर, वो देखदा सारा कुछ और वो ताकत दिंदा।
ਸਾਨੂੰ ਬਚਣ ਦੀ ਤਾਕਤ ਦਿੰਦਾ। ਜਿਹਨੇ ਸਾਨੂੰ ਬਚਾਇਆ ਉਹ ਸਾਨੂੰ ਬਚਣ ਦੀ ਤਾਕਤ ਵੀ ਦਿੰਦਾ। ਇਹ ਚੀਜ਼ਾਂ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਵੀ ਦੇਖਦੇ ਪਏ ਹਾਂ। ਆਓ ਦੁਆ ਕਰੀਏ, ਆਪਣੇ ਆਪ ਨੂੰ ਪ੍ਰਭੂ ਦੇ ਹੱਥਾਂ ਦੇ ਵਿੱਚ ਦੇਈਏ, ਔਰ ਫਿਰ ਅਸੀਂ ਕੱਲ ਨੂੰ ਦੁਬਾਰਾ ਮਿਲਾਂਗੇ। ਸੋ ਕੱਲ ਨੂੰ ਅਸੀਂ 6ਵਾਂ ਚੈਪਟਰ ਜਿਹੜਾ ਇਸ ਨੂੰ ਖਤਮ ਕਰਕੇ ਤੇ ਫਿਰ ਅਸੀਂ ਮੰਦਿਰ ਦੀ ਤਿਆਰੀ ਦੇਖਾਂਗੇ। ਦਾਊਦ ਨੇ ਜੋ ਕੁਛ ਮੰਦਿਰ ਦੇ ਲਈ ਇਕੱਠਾ ਕੀਤਾ ਹੈ, ਇੱਕ ਸਿਰਫ ਉਸ ਨੂੰ ਉਹਨਾਂ ਚੀਜ਼ਾਂ ਨੂੰ ਇਕੱਠੀਆਂ ਕਰਕੇ ਜੋੜਨ ਨਹੀਂ ਦਿੱਤਾ ਪ੍ਰਭੂ ਨੇ, ਪਰ ਉਹਦਾ ਪਿਆਰ ਇੰਨਾ ਸੀ ਕਿ ਸੁਲੇਮਾਨ ਭਾਵੇਂ 3 ਮੰਦਿਰ ਬਣਾ ਲੈਂਦਾ, ਉਹ ਇੰਨਾ ਕੁਛ ਇਕੱਠਾ ਕਰਕੇ ਗਿਆ ਸੀ। ਸੋ ਕੱਲ ਨੂੰ ਅਸੀਂ ਉਹਨਾਂ ਚੀਜ਼ਾਂ ਨੂੰ ਦੇਖਣਾ ਸ਼ੁਰੂ ਕਰਾਂਗੇ। ਔਰ ਕਿਉਂਕਿ 7ਵੇਂ ਭਾਵ ਤੋਂ ਬਾਅਦ ਫਿਰ ਥੋੜਾ ਜਿਹਾ ਚੇਂਜ ਆ ਜਾਂਦੀ ਕਹਾਵਤਾਂ ਦੇ ਵਿੱਚ ਵੀ, ਔਰ ਜਿੱਦਾਂ ਸੁਲੇਮਾਨ ਦੀ ਜ਼ਿੰਦਗੀ ਅੱਗੇ ਵੱਧਦੀ ਜਾਂਦੀ ਹੈ, ਪ੍ਰਭੂ ਉਸ ਨੂੰ ਲਗਾਤਾਰ ਉਸ ਨੂੰ ਬਦ ਦਿੰਦਾ ਜਾ ਰਿਹਾ। ਸੋ ਆਓ ਦੁਆ ਕਰੀਏ ਔਰ ਆਪਣੇ ਆਪ ਨੂੰ ਪ੍ਰਭੂ ਦੇ ਹੱਥਾਂ 'ਚ ਪ੍ਰਭੂ ਜੀ ਤੇਰਾ ਬਹੁਤ ਸ਼ੁਕਰ ਕਰਦੇ ਹਾਂ, ਤੇਰੀ ਦਇਆ, ਤੇਰੇ ਰਹਿਮ, ਤੇਰੇ ਪਿਆਰ ਦੇ ਲਈ, ਤੇਰੇ ਪਵਿੱਤਰ ਵਚਨ ਜੋ ਸਾਨੂੰ ਸੰਭਾਲਦੇ ਆ, ਤੇਰੇ ਪਵਿੱਤਰ ਵਚਨ ਜੋ ਸਾਨੂੰ ਬਚਾਉਂਦੇ ਆ, ਤੇਰਾ ਵਚਨ ਜੋ ਦੇਹਧਾਰੀ ਹੋ ਕੇ ਆਇਆ, ਔਰ ਜੋ ਪ੍ਰਭੂ ਜੀ ਸਾਡੇ ਨਾਲ। ਪਿਆਰੇ ਪ੍ਰਭੂ, ਅਸੀਂ ਤੇਰਾ ਸ਼ੁਕਰ ਕਰਦੇ ਹਾਂ ਕਿ ਤੂੰ ਆਪਣੇ ਵਚਨ ਦੇ ਵਿੱਚ ਸਾਡੇ ਲਈ ਬਹੁਤ ਕੁਛ ਐਸਾ ਤੂੰ ਸਾਨੂੰ ਦੱਸਿਆ, ਬਹੁਤ ਕੁਛ ਐਸਾ ਤੂੰ ਸਾਨੂੰ ਦਿੱਤਾ, ਜਿਸ ਦੇ ਨਾਲ ਅਸੀਂ ਬਰਕਤ ਤੋਂ ਬਾਅਦ ਬਰਕਤ ਪ੍ਰਾਪਤ ਕਰਦੇ। ਮੇਰੇ ਨਾਲ ਬਣਿਆ ਰਹੀ, ਮੇਰੇ ਪਰਿਵਾਰ ਦੇ ਨਾਲ ਬਣਿਆ ਰਹੀ, ਮੇਰੇ ਭੈਣਾਂ ਭਰਾਵਾਂ ਦੇ ਨਾਲ ਬਣਿਆ ਰਹੀ, ਇਹਨਾਂ ਦੇ ਪਰਿਵਾਰਾਂ ਦੇ ਨਾਲ ਬਣਿਆ ਰਹੀ, ਬੱਚਿਆਂ ਦੇ ਦੁਆਲੇ ਪ੍ਰਭੂ ਜੀ ਤੇਰੀ ਬਾਟ ਲੱਗੀ ਰਹੇ। ਇੱਕ ਵਾਰ ਫਿਰ ਪ੍ਰਭੂ ਜੀ ਮੈਂ ਆਪਣੀ ਭੈਣ ਸੁਰਿੰਦਰ ਕੌਰ ਔਰ ਆਪਣੇ ਭਰਾ ਦੀ ਬੇਟੇ ਦੇ ਲਈ ਤੇਰਾ ਸ਼ੁਕਰ ਕਰਦਾ ਹਾਂ ਖੁਦਾਵੰਦ ਕਿ ਤੂੰ ਆਪਣੀ ਬਰਕਤ ਮੇਰੀ ਭੈਣਾਂ ਮੇਰੇ ਭਰਾ ਨੂੰ ਦਿਖਾਈ ਆ। हे ਪ੍ਰਭੂ, ਇਸੇ ਤਰ੍ਹਾਂ ਤੂੰ ਬੱਚੇ ਦੇ ਆਲੇ ਦੁਆਲੇ ਤੇਰਾ ਲੱਗਾ ਰਹੇ। ਇਹ ਬੁੱਧ ਜੋ ਪ੍ਰਭੂ ਜੀ ਅਸੀਂ ਪੜ੍ਹਦੇ ਪਏ ਹਾਂ, ਇਹ ਉਸ ਦੇ ਅੰਦਰ ਡੋਲ ਦੇ, ਉਸ ਨੂੰ ਦੇ ਦੇ। ਇਹ ਹਥਿਆਰ ਉਸ ਨੂੰ ਦੇ ਜੋ ਜ਼ਿੰਦਗੀ ਦੇ ਵਿੱਚ ਪ੍ਰਭੂ ਜੀ ਉਸ ਦੇ ਕੰਮ। ਇਸ ਸਮੇਂ ਨੂੰ ਅਸੀਂ ਪ੍ਰਭੂ ਜੀ ਤੇਰੀ ਸ਼ੁਕਰਗੁਜ਼ਾਰੀ ਦੇ ਨਾਲ ਇੱਕ ਵਾਰ ਫਿਰ ਤੇਰੇ ਹੱਥਾਂ ਦੇ ਵਿੱਚ ਦਿੰਦੇ। ਜੋ ਪੁੱਤ ਤੂੰ ਸਾਨੂੰ ਦਿੱਤੀ, ਜੋ ਰਹਿਮ ਤੂੰ ਸਾਡੇ ਤੇ ਕੀਤਾ, ਕਿਰਪਾ ਹਮੇਸ਼ਾ ਸਾਡੇ ਨਾਲ ਬਣੀ ਰਹੇ। ਮਸੀਹ ਯਿਸੂ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਸਭ ਕੁਝ ਮੰਗਦੇ ਹਾਂ, ਔਰ ਸਾਰੇ ਭੈਣ ਭਰਾ ਕਹੇ ਬਲੈਸ ਯੂ ਆਲ। ਖੁਦਾਵੰਦ ਤੁਹਾਨੂੰ ਬਹੁਤ ਬਰਕਤ ਦੇ। ਕੱਲ ਨੂੰ ਆਪਾਂ ਸੇਮ ਟਾਈਮ ਮਿਲਾਂਗੇ ਔਰ ਸੇਮ ਟਾਈਮ ਅਸੀਂ ਪ੍ਰਭੂ ਦੇ ਵਿੱਚ ਅੱਗੇ ਵਧਾਂਗੇ। ਜੈ ਮਸੀਹ ਦੀ ਬ੍ਰਦਰ ਜੀ, ਬਹੁਤ ਚੰਗਾ ਲੱਗਾ ਤੁਹਾਨੂੰ ਦੇਖ ਕੇ। Bless you.